ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। बहुत बहुत शुक्रिया रंधावा जी। ਭਾਸਕਰ ਸਾਹਿਬ, ਇਲੈਕਸ਼ਨ ਦੇ ਦੌਰ 'ਚ ਘਟਨਾਵਾਂ ਦਾ ਵੇਗ ਬੜਾ ਤੀਬਰ ਹੁੰਦਾ ਤੇ ਅਸੀਂ ਪਛੜ ਜਾਂਦੇ ਹਾਂ। ਉਂਝ ਪੰਜਾਬੀ ਦੀ ਇੱਕ ਬੋਲੀ ਆ ਕਿ ਲੁਕ ਲੁਕ ਲਾਈਆਂ ਪ੍ਰਗਟ ਹੋਈਆਂ, ਵੱਜ ਗਏ ਢੋਲ ਨਗਾਰੇ। ਆ ਇੱਕ ਟੀਵੀ ਤੇ ਖਬਰ ਚੱਲੀ ਜਾਂਦੀ ਸੀ, ਚਟੋਪਾਧਿਆ ਸਾਹਿਬ ਸਾਬਕਾ ਡੀਜੀਪੀ ਤੇ ਸਾਈਨਾ ਹੇਠ ਕੋਈ ਬਦਲੀਆਂ ਹੋਰ ਕਰ ਗਿਆ। ਜੇ ਇਹਦੇ 'ਚ ਸਚਾਈ ਆ ਤਾਂ ਇੱਕ ਪਰਦਾ ਮੈਂ ਵੀ ਚੱਕਣਾ ਚਾਹੁੰਦਾ ਹੈ ਕਿ ਜਿਹੜੇ ਪੀਪੀਏ ਆ ਸੀਗੇ, ਪਾਵਰ ਪਰਚੇਜ ਐਗਰੀਮੈਂਟ, ਕੈਪਟਨ ਅਮਰਿੰਦਰ ਸਿੰਘ ਜਾਣ ਤੋਂ ਪਹਿਲਾਂ ਇੱਕ ਪੇਪਰ ਤੇ ਕੈਂਸਲੇਸ਼ਨ ਦੇ ਉੱਤੇ ਸਾਈਨ ਕਰ ਗਏ ਸੀ। ਤੇ ਜਦੋਂ ਦੂਜੀ ਵਾਰੀ ਉਹਨੂੰ ਚੰਨੀ ਸਾਹਿਬ ਦੇ ਹੁੰਦਿਆਂ ਕੈਂਸਲੇਸ਼ਨ ਚ ਪਾਉਣਾ ਸੀ, ਚੰਨੀ ਸਾਹਿਬ ਕਹਿੰਦੇ ਰੁਕ ਜਾਓ ਭਾਈ, ਸਾਈਨ ਮੇਰੇ ਵੀ ਕਰਾ ਲਓ। ਅਫਸਰ ਕਹਿਣ ਲੱਗੇ ਡਰਾਫਟ ਤਾਂ ਤਿਆਰ ਆ, ਇੱਕੋ ਤੇ ਹੀ ਕਰ ਦਿਓ। ਤੇ ਚਲੋ ਵੇਖੋ ਕਿੱਡਾ ਵਧੀਆ ਇੱਕ ਇਤਫਾਕ ਹੈ ਕਿ ਜਿੱਥੇ ਕੈਪਟਨ ਸਾਹਿਬ ਦੇ ਸਾਈਨ ਨੇ, ਨਾਲ ਚੰਨੀ ਸਾਹਿਬ ਦੇ ਵੀ, ਇੱਕ ਪੀਪੀਏ ਐਗਰੀਮੈਂਟ ਰੱਦ ਕਰਨ ਲਈ ਦੋ ਮੁੱਖ ਮੰਤਰੀ ਸਾਈਨ ਕਰਦੇ ਆ। ਗਨੀਮਤ ਤੱਕ ਤੇ ਰੱਦ ਹੋ ਜੇ, ਉਹਨਾਂ ਤੋਂ ਹੀ ਆਪਾਂ ਬਿਜਲੀ ਲਈ ਜਾਂਦੇ ਆ। ਇੰਜ ਚੱਲਦਾ ਰਹਿੰਦਾ। ਉਂਝ ਡੀਜੀਪੀ ਸਾਹਿਬ ਨੂੰ 2 ਸਾਲ ਮਿਲਣੇ ਸੀ, ਚਟੋਪਾਧਿਆ ਸਾਹਿਬ ਨੂੰ ਮੈਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਨੇ ਫੋਨ ਮੇਰਾ ਚੱਕਿਆ ਨਹੀਂ। 2 ਸਾਲ ਮਿਲਣੇ ਸੀ ਜੇ ਯੂਪੀਐਸਸੀ ਕਲੀਅਰ ਕਰ ਦਿੰਦੀ। ਦੁੱਖ ਤਾਂ ਉਹਨਾਂ ਨੂੰ ਲੱਗੂਗਾ ਨਾ ਕਿ ਸਰਕਾਰ ਨੇ ਪੈਰਵਾਈ ਢੰਗ ਨਾਲ ਨਹੀਂ ਕੀਤੀ, ਭਾਵੇਂ ਪਹਿਲਾਂ ਸ਼ੁਰੂ 'ਚ ਹੀ ਗਲਤੀਆਂ ਕਰ ਲਈਆਂ। ਲੇਕਿਨ ਮਾਰਚ ਵਿੱਚ ਰਿਟਾਇਰ ਹੋਣਾ ਸੀ, 2 ਮਹੀਨੇ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ, ਜਿੱਦਾਂ ਹੁਣ ਸੁਪਰੀਮ ਕੋਰਟ 'ਚ ਸੁਣਵਾਈ ਹੈ ਤੇ ਕੇਂਦਰ ਨੇ ਜਵਾਬ ਤਲਬ ਕੀਤਾ, ਭਾਵੇਂ ਅੱਜ ਉਹਦੇ ਤੇ ਵੀ ਗੱਲ ਕਰਨੀ ਹੈ। ਸਵਾਲ ਇਸ ਤੋਂ ਵੀ ਅੱਗੇ ਜਾਣ ਵਾਲੀ ਗੱਲ ਆ ਜੀ ਕਿ ਜਦੋਂ ਸਤੰਬਰ 'ਚ ਕੈਪਟਨ ਅਮਰਿੰਦਰ ਸਿੰਘ ਲਾਏ ਤੇ ਉਸ ਤੋਂ ਬਾਅਦ ਕਿੰਨੇ ਕੁ ਮਸਲੇ ਹੱਲ ਕਰਕੇ ਹੁਣ ਇਹ ਤਿੱਕੜੀ ਚੌਕੜੀ ਜਾਂ 5 ਲੋਕਾਂ ਦੀ ਟੀਮ ਜਿਹੜੀ ਸੀ, ਜਿਹੜੀ ਕੈਪਟਨ ਨੂੰ ਲਾਉਣ ਲਈ ਸੀ, ਉਹ ਕਿੰਨੇ ਕੁ ਮਸਲੇ ਹੱਲ ਕਰਕੇ ਅੱਗੇ ਵਧੀਏ, ਇਹਦੇ ਤੇ ਵੀ ਗੱਲ ਕਰਨੀ ਬਣਦੀ ਆ। ਕਿਉਂਕਿ ਜੇ ਮਾਈਨਿੰਗ ਵੀ ਉਵੇਂ ਹੀ ਆ, ਕਹਿੰਦੇ ਸੀ 40 ਕਰੋੜ ਦਾ ਰੈਵਨਿਊ ਹੁੰਦਾ ਸੀ, 300 ਦਾ ਹੋ ਗਿਆ, 300 ਤੋਂ ਘਟਾ ਕੇ ਫਿਰ 40 ਤੇ ਲਾਏ। ਉਹ ਇਰੀਗੇਸ਼ਨ ਦੇ ਸਕੈਮ ਉੱਥੇ ਹੀ ਖੜੇ ਨੇ। ਜੇਕਰ ਤੁਸੀਂ ਬੇਅਦਬੀ ਮਾਮਲਿਆਂ ਦੀ ਗੱਲ ਕਰੋਗੇ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇੱਕ ਪਟੀਸ਼ਨ ਸੀ SLP, ਉਹਦੇ ਉੱਤੇ ਵੀ ਅਜੇ ਮੈਨੂੰ ਲੱਗਦਾ ਗਾਂ ਕੁਝ ਨਹੀਂ ਹੋਇਆ। ਤੇ ਜਿਹੜੇ ਨਸ਼ੇ ਵਾਲੇ ਮਾਮਲੇ 'ਚ ਅੱਜ ਮਜੀਠੀਆ ਸਾਹਿਬ ਮੁੱਛਾਂ ਤੇ ਹੱਥ ਫੇਰ ਕੇ ਉਹਨਾਂ ਨੇ ਆਪਣੀ ਜ਼ਮਾਨਤ ਲੈ ਲਈ ਆ, ਉਹ ਕੁਦਰਤੀ ਤੌਰ ਤੇ ਅਦਾਲਤਾਂ ਦੇ ਹੱਕ ਨੇ, ਉਹ ਉਹਨਾਂ ਦੀ ਡਿਸਕ੍ਰਿਸ਼ਨ ਹੈ ਕਿ ਉਹ ਜਿਹਨੂੰ ਮਰਜ਼ੀ ਜਿਵੇਂ ਮਰਜ਼ੀ ਡੀਲ ਕਰਨ ਜਾਂ ਜੋ ਵੀ ਕਾਨੂੰਨ ਕਹਿੰਦਾ ਉਹਦੇ ਅਨੁਸਾਰ ਕਰਨ। ਇਹਦੇ ਤੇ ਕਿੰਨੀ ਕੁ ਮਿਲੀ ਹੈ, ਮੈਂ ਤੁਹਾਡੇ ਤੋਂ ਜਾਣਨਾ ਹੈ ਕਿ ਮਜੀਠੀਆ ਸਾਹਿਬ ਸਾਫ਼ ਨਿਕਲ ਆਏ ਨੇ, ਜਾਂ ਜਿੰਨਾ ਅਕਾਲੀ ਦਲ ਨੂੰ ਉਤਸ਼ਾਹ ਜੋਸ਼ ਆ ਆਉਂਦੇ ਦਿਨਾਂ ਦੇ ਵਿੱਚ ਇਹਨੂੰ ਕਿਵੇਂ ਲਈਏ, ਇਹ ਬੜੇ ਸਵਾਲ ਨੇ। ਲੇਕਿਨ ਸਵਾਲ ਆਮ ਆਦਮੀ ਪਾਰਟੀ ਦੀਆਂ ਬਗਾਵਤਾਂ ਦਾ ਵੀ ਹੋ ਰਿਹਾ, ਤੇ ਸਵਾਲ ਕਾਂਗਰਸ ਦੇ ਵਿੱਚ ਤੁਸੀਂ ਮੋਗੇ ਵਾਲੀਆਂ ਘਟਨਾਵਾਂ ਨੂੰ ਲੈ ਲਓ ਤੇ ਇੱਥੇ ਵੀ ਨਵੇਂ ਤੁਰ ਪਿਆ ਕਿ ਕਿੰਨੇ ਕੁ ਬਾਗੀ ਹੋਣਗੇ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਗੱਲ ਕਰਦੇ ਆ। ਸਭ ਤੋਂ ਪਹਿਲਾਂ ਮੈਨੂੰ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਕੋਈ ਟਿੱਪਣੀ ਤੁਹਾਡੀ। 10 ਤਰੀਕ ਦੀ ਮਜੀਠੀਆ ਸਾਹਿਬ ਨੂੰ ਵੀ, ਅਕਾਲੀ ਦਲ ਨੂੰ ਵੀ ਤੇ ਹੋਰ ਵੀ ਕਈ ਜਿਹੜੇ ਗਰੁੱਪ ਸੀਗੇ, ਉਹਨਾਂ ਨੂੰ ਅੱਜ ਵੇਟ ਸੀਗੀ ਕਿ ਅੱਜ ਅਦਾਲਤ ਦੇ ਵਿੱਚ ਕੀ ਹੋਏਗਾ। ਹਾਲਾਂਕਿ ਮਜੀਠੀਆ ਉਹਨਾਂ ਨੇ ਐਂਟੀਸਿਪੇਟਰੀ ਬੇਲ ਵਾਸਤੇ ਅਪਲਾਈ ਕੀਤਾ ਸੀਗਾ, ਉਹਨਾਂ ਨੂੰ ਮਿਲੀ ਹੈ ਇੰਟਰੀਮ ਬੇਲ, ਯਾਨੀ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ 18 ਤਰੀਕ ਤੱਕ ਰੋਕ ਲੱਗੀ ਹੈ। ਔਰ ਉਹਨਾਂ ਨੂੰ ਇੰਸਟਰਕਸ਼ਨ ਦਿੱਤੀ ਗਈ ਹੈ ਕਿ ਉਹ ਬੁੱਧਵਾਰ 11 ਵਜੇ ਉਹ SIT ਦੇ ਸਾਹਮਣੇ ਪੇਸ਼ ਹੋਣ, ਇਨਵੈਸਟੀਗੇਸ਼ਨ ਜੁਆਇਨ ਕਰਨ। ਹੁਣ ਉਹ ਇਨਵੈਸਟੀਗੇਸ਼ਨ ਜੁਆਇਨ ਕਰਦੇ ਨੇ, ਪੁੱਛਗਿੱਛ ਹੁੰਦੀ ਹੈ, ਕਿੰਨੇ ਘੰਟਿਆਂ ਦੀ ਪੁੱਛਗਿੱਛ ਹੁੰਦੀ ਹੈ, ਰੋਜ਼ ਹੁੰਦੀ ਹੈ, ਰਾਤ ਤੱਕ ਹੁੰਦੀ ਹੈ, ਇਹ ਇੱਕ ਵੱਖਰਾ ਸਵਾਲ ਹੈਗਾ। ਫਿਰ ਉਸ ਇਨਵੈਸਟੀਗੇਸ਼ਨ ਦੇ ਵਿੱਚ ਅਗਰ ਮਜੀਠੀਆ ਉਹਨਾਂ ਦੇ ਉੱਤੇ ਇਹ ਆਰੋਪ ਲੱਗਦੇ ਨੇ ਕਿ ਉਹ ਇਨਵੈਸਟੀਗੇਸ਼ਨ ਤੇ ਉਹਨਾਂ ਨੇ ਜੁਆਇਨ ਕਰ ਲਈ ਹੈ ਪਰ ਕੋਆਪਰੇਟ ਨਹੀਂ ਕਰ ਰਹੇ, ਉਸ ਗੱਲ ਨੂੰ ਲੈ ਕੇ 18 ਤਰੀਕ ਨੂੰ ਜਿਹੜੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ, ਜਾਂ ਅਗਲੀ ਤਰੀਕ ਹੈਗੀ 18 ਤਰੀਕ, ਉਸ ਦਿਨ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਉਹ ਅਦਾਲਤ ਦੇ ਵਿੱਚ ਉਹਨਾਂ ਦੀ ਅਰੈਸਟ ਫੇਰ ਮੰਗ ਸਕਦੀ ਹੈ। ਯਾਨੀ 18 ਤਰੀਕ ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ, ਜਿਹਦੇ ਕਰਕੇ ਇਹ ਭੰਗੜੇ, ਔਰ ਤੁਸੀਂ ਦੇਖਿਆ ਹੋਏਗਾ ਪਟਾਕੇ ਵੀ ਤੁਹਾਡੇ ਬਹੁਤ ਵੱਜੇ ਨੇ ਅੱਜ। ਉਹ ਜ਼ਰੂਰ ਖੁਸ਼ੀ ਦਾ ਮਾਹੌਲ ਤੇ ਹੈਗਾ ਕਿ ਜਿਹੜੀ ਤਲਵਾਰ ਲਟਕੀ ਹੋਈ ਸੀ, ਜਿਹੜਾ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਵੀ ਭੱਜੇ ਫਿਰਦੇ ਨੇ, ਜਿਹੜਾ ਕਾਂਗਰਸ ਕਹਿੰਦਾ ਸੀ ਵੀ ਆਂਦੇ ਕਿਉਂ ਨਹੀਂ ਬਾਹਰ, ਪਰ ਹੁਣ ਉਹ ਪਰਸੋਂ ਬੁੱਧਵਾਰ ਨੂੰ 11 ਵਜੇ ਉਹ SIT ਦੇ ਸਾਹਮਣੇ ਪੇਸ਼ ਹੋ ਰਹੇ ਨੇ। ਇਹ ਉਹਨਾਂ ਦੇ ਵਕੀਲ ਨੇ ਵੀ ਕਿਹਾ। ਪਰ ਉਸ ਤੋਂ ਬਾਅਦ ਅੱਗੇ ਚੱਲ ਕੇ ਇਸ ਮੁੱਦੇ ਤੇ ਕੀ ਰਣਨੀਤੀ ਹੁੰਦੀ ਹੈ, ਪੰਜਾਬ ਪੁਲਿਸ, ਪੰਜਾਬ ਸਰਕਾਰ ਉਸ ਮੁੱਦੇ ਤੇ ਕੀ ਕਰਦੀ ਹੈ, ਔਰ ਕੋਰਟ ਦੇ ਵਿੱਚ 18 ਤਰੀਕ ਨੂੰ ਕੀ ਰੁਖ ਲੈਂਦੀ ਹੈ, ਇਹਦੇ ਉੱਤੇ ਵੀ ਇੱਕ ਨਜ਼ਰ ਬਣੀ ਹੋਏਗੀ। ਪਰ ਹਾਂ, ਫਿਲਹਾਲ
ਢੋਲ ਨਗਾੜਿਆਂ ਦਾ ਟਾਈਮ ਮਜੀਠੀਆ ਉਹਨਾਂ ਦੇ ਵਾਸਤੇ ਜ਼ਰੂਰ ਹੈਗਾ ਕਿ ਉਹ ਗ੍ਰਿਫਤਾਰੀ ਦੀ ਜਿਹੜੀ ਤਲਵਾਰ ਸੀਗੀ ਉਹ ਘੱਟ ਤੋਂ ਘੱਟ 18 ਤਰੀਕ ਤੱਕ ਤੇ ਉਹਨਾਂ ਦੇ ਸਿਰ ਤੋਂ ਉੱਠ ਗਈ ਔਰ ਉਹ ਹੁਣ ਪੇਸ਼ ਹੋਣਗੇ, ਮੀਡੀਆ ਦੇ ਸਾਹਮਣੇ ਵੀ ਆ ਸਕਦੇ ਨੇ ਔਰ 18 ਤਰੀਕ ਨੂੰ SIT ਜੁਆਇਨ ਵੀ ਕਰ ਸਕਦੇ ਨੇ। ਹਾਂ ਬਿਲਕੁਲ, ਇਹ ਅਕਾਲੀ ਦਲ ਲਈ ਰਾਹਤ ਦੀ ਖਬਰ ਆ। ਜੇਕਰ ਮੰਨ ਲਓ ਇਹ ਜ਼ਮਾਨਤ ਨਹੀਂ ਮਿਲਦੀ, ਜਿਵੇਂ ਉਹਨਾਂ ਨੂੰ ਇੰਟਰਮ ਰਿਲੀਫ ਤੁਸੀਂ ਕਹਿ ਰਹੇ ਹੋ, ਅੰਤਰਿਮ ਰਾਹਤ ਆ, ਆਰਜੀ ਤੌਰ ਤੇ ਰੋਕ ਲੱਗੀ ਆ ਉਹਨਾਂ ਦੀ ਗ੍ਰਿਫਤਾਰੀ ਤੇ, ਇਹਦੇ ਨਾਲ ਵੀ ਕਿਉਂਕਿ ਇਲੈਕਸ਼ਨ ਦਾ ਦੌਰ ਆ, ਬਹੁਤ ਕੁਝ ਕਹਿਣ ਲਈ, ਬਹੁਤ ਕੁਝ ਜਿਹੜਾ ਫਲੋਟ ਕਰਨ ਲਈ ਮਿਲ ਜਾਂਦਾ ਹੈ। ਔਰ ਉਹ ਅਕਾਲੀ ਦਲ ਵੱਲੋਂ ਤਾਂ ਇਹ ਗੱਲ ਆ ਰਹੀ ਕਿ ਉਹ ਬੇਕਸੂਰ ਨੇ ਔਰ ਅਦਾਲਤ ਵਿੱਚ ਵੀ ਉਹਨਾਂ ਇਹੀ ਗੱਲ ਰੱਖੀ ਗਈ ਹੈ। ਤੁਹਾਡੀ ਗੱਲ ਠੀਕ ਹੈ ਕਿ ਹੁਣ ਇਨਵੈਸਟੀਗੇਸ਼ਨ ਦੌਰਾਨ ਅੱਗੇ ਕੀ ਵਾਪਰਦਾ। ਤੁਸੀਂ ਤਾਂ ਬਹੁਤ ਕਦਮ ਅੱਗੇ ਚਲੇ ਗਏ ਕਿ 18 ਨੂੰ ਜੇਕਰ ਇਹ SIT ਕਹਿ ਦਿੰਦੀ ਕਿ ਕੋਆਪਰੇਟ ਨਹੀਂ ਕਰ ਰਹੇ, ਲੇਕਿਨ ਵੇਖਣ ਵਾਲੀ ਗੱਲ ਆ ਕਿ ਹੁਣ ਉਹ ਸਰਕਾਰ ਨਹੀਂ ਗਈ। ਹੁਣ ਚੋਣ ਕਮਿਸ਼ਨ ਜਿਹੜਾ ਵਾ ਉਹਦੇ ਅਧਿਕਾਰ ਖੇਤਰ 'ਚ ਸਾਰੇ ਦਾ ਸਾਰਾ ਪ੍ਰਸ਼ਾਸਨਿਕ ਹਮਲਾ ਫੈਲਾ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਕੀ ਅਜੇ ਵੀ SIT ਦੇ ਉਹ ਮੈਂਬਰ ਉਨੇ ਹੀ ਜਬੇ ਨਾਲ, ਉਨੀ ਹੀ ਵਿਲ ਪਾਵਰ ਨਾਲ ਮਜੀਠੀਆ ਵਰਗੇ ਵੱਡੇ ਕੱਦ ਦੇ ਆਗੂ ਨੂੰ, ਜਦੋਂ ਕਿ ਇਲੈਕਸ਼ਨ ਅੱਗੇ ਆ ਰਹੀ ਹੈ, ਮਹੀਨੇ ਬਾਅਦ ਪਤਾ ਨਹੀਂ ਕੀ ਹੋਣ ਵਾਲਾ ਹੈ, ਤੇ ਉਹ ਸਵਾਲ ਕਰ ਪਾਉਣਗੇ ਕਿ ਨਹੀਂ। ਇਨਵੈਸਟੀਗੇਸ਼ਨ ਕਿਸ ਪੱਧਰ ਦੀ ਹੁੰਦੀ ਆ, ਇਹ ਹੁਣ ਨਾਲ ਹੀ ਜਿੱਦਾਂ ਕਹਿੰਦੇ ਹੁੰਦੇ ਨਾ, ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾਹ। ਕਹਿੰਦੇ ਸੀ ਕਿ ਗੁਟਕਾ ਸਾਹਿਬ ਹੱਥ 'ਚ ਲੈ ਕੇ ਕੈਪਟਨ ਸਾਹਿਬ ਨੇ ਸਹੁੰ ਚੁੱਕੀ ਸੀ। ਗੱਲ ਕੱਲੇ ਮਜੀਠੀਆ ਦੀ ਨਹੀਂ ਹੈ, ਨਸ਼ਿਆਂ ਦੇ ਵਿੱਚ ਹੋਰ ਬਹੁਤ ਸਾਰੇ ਮਾਮਲੇ ਸੀਗੇ। ਇਹ ਚੂਜ਼ ਕਰਨ ਵਾਲੀ ਗੱਲ ਵੀ ਕਿਤੇ ਕਿਤੇ ਅਕਾਲੀ ਦਲ ਦੋਸ਼ ਲਾਉਂਦਾ ਰਿਹਾ ਕਿ ਇੱਕ ਹੀ ਕੇਸ ਨੂੰ ਕਿਉਂ ਖੋਲਿਆ ਗਿਆ। ਕੇਸ ਉਹ ਵੀ ਪਏ ਸੀ ਜਿਨ੍ਹਾਂ 'ਚ ਚਟੋਪਾਧਿਆ ਸਾਹਿਬ ਨੇ ਰਿਪੋਰਟ ADGP ਹੁੰਦਿਆਂ ਕੀਤੀ ਸੀਗੀ, ਜਦੋਂ ਉਹਨਾਂ ਨੇ ਜਿਹੜਾ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਨੂੰ ਅੱਗੇ ਵਧਾਇਆ ਸੀ। ਕਈ ਪੁਲਿਸ ਵਾਲਿਆਂ ਦੇ ਨਾਂ, ਵੱਡੇ ਅਫਸਰਾਂ ਦੇ ਵੀ ਆਉਂਦੇ ਰਹੇ ਆ। ਲੋਕ ਪੁੱਛਦੇ ਆ ਜਾਂ ਤਾਂ ਫਿਰ ਇੱਕੋ ਜਿਹੀ ਸਾਰਿਆਂ ਦੀ ਜਾਂਚ ਹੋ ਲੈਂਦੀ। ਖੈਰ ਮਜੀਠੀਆ ਨੂੰ ਅੱਜ ਰਾਤ ਮਿਲੀ ਆ, ਹੋ ਸਕਦਾ ਉਹ ਕੱਲ ਨੂੰ ਲੋਕਾਂ ਦੇ ਸਾਹਮਣੇ ਆਉਣ, ਪ੍ਰੈਸ ਕਾਨਫਰੰਸ ਕਰਨ ਕਿ ਨਹੀਂ ਕਰਨ, ਕਿਉਂਕਿ ਜਿਹੜਾ ਮਾਮਲਾ ਹੀ ਅਜੇ ਅਦਾਲਤ ਵਿੱਚ ਆ ਉਹਦੇ ਵਿੱਚ ਬੋਲਣਾ ਬੜਾ ਔਖਾ ਹੁੰਦਾ। ਇਹੋ ਜਿਹੇ ਦੌਰ 'ਚ ਲੰਘਦਿਆਂ ਮੁਸ਼ਕਲਾਂ ਵੀ ਬੜੀ ਤਰ੍ਹਾਂ ਦੀਆਂ ਆਉਂਦੀਆਂ, ਪਾਬੰਦੀਆਂ ਵੀ, ਡਿਸਪਲਿਨ ਵੀ ਬੜੀ ਤਰ੍ਹਾਂ ਦੇ ਹੁੰਦੇ ਆ। ਪਰ ਅਕਾਲੀ ਦਲ ਨੂੰ ਇੱਕ ਲੜਾਈ ਲੜਨ ਲਈ ਮੌਕਾ ਮਿਲ ਗਿਆ ਕਿ ਉਹ ਖੁੱਲ ਕੇ ਹੁਣ ਕਰ ਸਕਦੇ ਆ। ਹਾਲਾਂਕਿ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕਿਹਾ ਬਈ ਸਾਡਾ ਨਹੀਂ ਜੇ ਸਰਦਾ, ਇਹ ਰੈਲੀਆਂ ਰੋਲੀਆਂ ਖੋਲੋ, ਸਾਡੇ ਵਾਲੇ ਵੋਟਰ ਤਾਂ ਪਿੰਡਾਂ 'ਚ ਬੈਠੇ, ਉੱਥੇ ਕਿਹੜਾ ਇੰਟਰਨੈਟ ਤੇਜ਼ੀ ਨਾਲ ਚੱਲਦਾ। ਉਂਝ ਵੈਸੇ ਸਾਰੇ ਪੰਜਾਬ 'ਚ ਇੰਟਰਨੈਟ ਚੰਗਾ ਹੀ ਆ ਹੁਣ, ਲੇਕਿਨ ਅਕਾਲੀ ਦਲ ਦੀ ਵੀ ਗੱਲ ਠੀਕ ਹੈ, ਜਿੰਨਾ ਚਿਰ ਰੈਲੀ ਦਾ ਅਗਲੇ ਬੰਨੇ ਪੂਰਾ ਪੜੋਲ ਨਾ ਵੱਜਿਆ ਹੋਵੇ, ਛਾਲ ਮਾਰਨ ਨੂੰ ਕਿੱਥੇ ਜੀ ਕਰਦਾ। ਚਲੋ ਹੁਣ ਮੈਂ ਮੁੜਦਾ, ਮੈਂ ਭਾਸਕਰ ਸਾਹਿਬ, ਮੈਂ ਉੱਥੇ ਦਿਲਚਸਪੀ ਨਾਲ ਖੜਾ ਹੈ ਕਿ ਸਵਾਲ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਤੇ ਵਾਅਦੇ ਪੂਰੇ ਕਰਨ ਦਾ। ਇੱਕ ਦਿਲਚਸਪ ਮੇਰੇ ਕੋਲ ਮੈਟਰ ਆਉਂਦਾ ਹੈ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਕੈਬਨਿਟ ਦੀਆਂ ਇੱਕ ਤੋਂ ਵੱਧ ਮੀਟਿੰਗਾਂ ਦੇ ਵਿੱਚ ਇਹ ਮਾਮਲਾ ਲਿਆਉਂਦੇ ਰਹੇ ਕਿ ਜਿਹੜੀ ਸੰਵਿਧਾਨ ਦੀ 85ਵੀਂ ਸੋਧ ਆ, ਜਿਹੜੀ ਇੱਥੇ ਸਾਡੇ ਪੰਜਾਬ ਦੇ ਵਿੱਚ 85ਵੀਂ ਸੋਧ ਹੈ, ਉਹ ਲਿਆਉਣੀ ਆ ਜੀ। ਲੇਕਿਨ ਕੈਬਨਿਟ ਦੇ ਵਿੱਚ ਕਈ ਵਾਰੀ ਮਾਮਲਾ ਆਇਆ, ਇਹ ਹੈਗਾ ਸੀਗਾ ਦਲਿਤਾਂ ਦੇ ਐਕਸਲਰੇਟਡ ਪ੍ਰਮੋਸ਼ਨ ਦਾ। ਇਹ ਰਿਜ਼ਰਵੇਸ਼ਨ ਤਾਂ ਮਿਲੀ ਹੋਈ ਆ, ਪ੍ਰਮੋਸ਼ਨ ਦੇ ਵਿੱਚ ਜਿਹੜੀ ਸੀਨੀਅਰਟੀ ਮਿਲਦੀ ਆ, ਮਤਲਬ ਜੇ ਕੋਈ ਅਨੁਸੂਚਿਤ ਜਾਤੀਆਂ ਦੇ ਵਿੱਚੋਂ ਪ੍ਰਮੋਟ ਹੁੰਦਾ ਤੇ ਉਹਦੀ ਸੀਨੀਅਰਟੀ ਨਹੀਂ ਸੀ ਨਾਲ ਅੱਗੇ ਵੱਧਦੀ, ਸੀਨੀਅਰਟੀ ਪਹਿਲਾਂ ਵਾਲੀ ਹੁੰਦੀ ਸੀ ਜਿਹੜੀ ਓਰੀਜਨਲ ਆ, ਇਹਦੇ ਨਾਲ ਇਹ ਵੀ ਹੱਕ ਮਿਲਣਾ ਸੀ। ਚੰਨੀ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ, ਸਿਰੇ ਨਹੀਂ ਗੱਲ ਚੜੀ। ਦੂਜੀ ਇਹ ਸੀਗੀ ਕਿ ਦਲਿਤਾਂ ਦੀਆਂ ਸਕੀਮਾਂ ਜਿਹੜੀਆਂ ਸੀ ਉਹਦੇ ਤੇ ਕਾਨੂੰਨ ਲਿਆਉਣਾ ਕਿ ਫੰਡ ਰਾਖਵੇਂ ਰੱਖੇ ਜਾਣ ਉਹਨਾਂ ਸਕੀਮਾਂ ਲਈ, ਤੇ ਪਾਪੂਲੇਸ਼ਨ ਦੇ ਆਧਾਰ ਤੇ ਫੰਡ ਰਾਖਵੇਂ ਰੱਖੇ ਲੈਣ ਜਿੰਨੇ ਬਜਟ ਦੀਆਂ ਪ੍ਰੋਵੀਜ਼ਨਸ ਹੁੰਦੀਆਂ। ਇਹ ਵੀ ਗੱਲ ਫਸੀ ਰਹਿ ਗਈ। ਰੁਜ਼ਗਾਰ ਬਾਰੇ 1 ਲੱਖ ਬੰਦੇ ਨੂੰ ਜਿਹੜਾ ਰੁਜ਼ਗਾਰ ਦੇਣ ਦੀ ਯੋਜਨਾ ਦੇ ਉੱਤੇ ਇੱਕ ਡਰਾਫਟ ਤਿਆਰ ਸੀ, ਉਹ ਡਰਾਫਟ ਵੀ ਰਹਿ ਗਿਆ। ਤੇ ਜਿਹੜੇ ਐਗਰੀਮੈਂਟ ਦੀ ਮੈਂ ਗੱਲ ਕਰਦਾ ਵੀ ਕੈਪਟਨ ਸਾਹਿਬ ਨੇ ਕੈਂਸਲੇਸ਼ਨ ਦੀ, ਅਸੀਂ ਸਭ ਤੋਂ ਪਹਿਲਾਂ ਇੱਥੇ ਖਬਰ ਦਿੱਤੀ ਸੀ ਕਿ PPA ਰੱਦ ਹੋਣਗੇ, 4 ਜਿਹੜੇ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਸੀਗੀ, ਉਹ ਬਾਅਦ ਦੇ ਵਿੱਚ ਚੰਨੀ ਸਾਹਿਬ ਨੇ ਵੀ ਕੈਂਸਲੇਸ਼ਨ ਕੀਤੀ, ਲੇਕਿਨ ਇੱਕੋ ਹੀ ਫਾਈਲ ਦੇ ਉੱਤੇ ਦੋਵਾਂ ਦੇ ਸਾਈਨ ਨੇ। ਕਿਆ ਦਿਲਚਸਪ ਮਾਜਰਾ ਹੈ, ਤੇ ਹੋਇਆ ਫਿਰ ਵੀ ਕੱਖ ਨਹੀਂ। ਹੁਣ ਮੈਨੂੰ ਇੱਥੇ ਟਿੱਪਣੀ ਦਿਓ ਕਿ ਕੈਪਟਨ ਨੂੰ ਢੋਲ ਢਮੱਕੇ ਨਾਲ ਲਾ ਕੇ ਹੁਣ ਇਲੈਕਸ਼ਨ 'ਚ ਜਾਣ ਵਾਲੇ ਇਹ ਸਾਰੇ ਲੋਕ, ਜਦੋਂ ਲੋਕ ਲਿਕਰ ਪਾਲਿਸੀ ਤੇ ਪੁੱਛਣਗੇ, ਕਹਿਣਗੇ ਅਗਲੀ ਸਰਕਾਰ ਆਊ ਤੇ ਕਰਾਂਗੇ। ਜਿਹੜੀ ਇਰੀਗੇਸ਼ਨ ਦੇ ਸਕੈਮ ਦੀ ਗੱਲ ਆਊਗੀ, ਕਹਿਣਗੇ ਅਗਲੀ ਵਾਰੀ ਕਰ ਦਿਆਂਗੇ। ਹੁਣ ਕਿਉਂ ਨਾ ਉਹਨਾਂ ਵਜ਼ੀਰਾਂ ਦੇ ਖਿਲਾਫ, ਹੁਣ ਕਿਉਂ ਨਾ ਉਹਨਾਂ IAS ਅਫਸਰਾਂ ਦੇ ਖਿਲਾਫ ਪਰਮਿਸ਼ਨਾਂ ਦਿੱਤੀਆਂ ਕਿ ਕਰੋ ਹਾਂ ਅੰਦਰ। ਕਾਹਦੇ ਡਰ ਸੀ, ਕਾਹਦੀਆਂ ਝਿਜਕਾਂ ਸੀ? ਡਰੱਗ ਉਦਾਂ ਹੀ ਆ, ਬੇਅਦਬੀ ਮਾਮਲੇ ਉਦਾਂ ਹੀ ਆ। ਲੇਕਿਨ ਫਿਰ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੇਲਾ ਲੱਗ ਚੁੱਕਿਆ ਇਲੈਕਸ਼ਨ ਦੇ ਵਿੱਚ, ਦੋਸ਼ ਪ੍ਰਤੀ ਦੋਸ਼ ਆ। ਕੁਝ ਕਹੋਗੇ ਜੀ ਇੱਥੇ? ਬਿਲਕੁਲ ਜਿਹੜੀ 85ਵੀਂ ਸ਼ੋਧ ਦੀ ਗੱਲ ਤੁਸੀਂ ਕਰ ਰਹੇ ਹੋ,
ਇਹ ਮੁੱਦਾ 2007 ਤੋਂ ਚੱਲਦਾ ਹੈ ਜੀ ਔਰ 2007 ਤੋਂ ਲੈ ਕੇ ਹੁਣ ਆਪਾਂ 2021 ਚ ਬੈਠੇ 22 ਚ ਬੈਠੇ ਹਾਂ। ਅਜੇ ਤੱਕ ਇਸ ਮੁੱਦੇ ਤੇ ਵੱਖ-ਵੱਖ ਸਰਕਾਰਾਂ ਨੇ ਬਹੁਤ ਵਾਰ ਘੋਸ਼ਣਾਵਾਂ ਕੀਤੀ ਕਿ 85ਵੀਂ ਸੋਧ ਨੂੰ ਆਪਾਂ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਾਂਗੇ। ਉਹ ਇਹ ਪ੍ਰਮੋਸ਼ਨ ਦਾ ਮੁੱਦਾ ਸੀਗਾ, ਜਿਹਦੇ ਵਿੱਚ ਫਾਸਟ ਟਰੈਕ ਦੇ ਵਿੱਚ ਜਿਹੜੇ ਦਲਿਤ ਭਾਈਚਾਰਾ ਹੈ ਉਹਦੇ ਜਿਹੜੇ ਅਫਸਰ ਰਿਕਰੂਟਮੈਂਟ ਤੋਂ ਬਾਅਦ ਉਹਨਾਂ ਦੀ ਪ੍ਰਮੋਸ਼ਨ ਫਾਸਟ ਟਰੈਕ ਹੋ ਜਾਂਦੀ ਹੈ। ਨਹੀਂ ਕਰ ਪਾਏ। ਪੀਪੀਏ ਐਗਰੀਮੈਂਟ ਰੱਦ ਕਰਨ ਦੀ ਗੱਲ ਭਾਵੇਂ ਦੋ ਮੁੱਖ ਮੰਤਰੀਆਂ ਦੇ ਸਾਈਨ ਹੋਣ, ਨਹੀਂ ਹੋ ਪਾਇਆ। ਅੱਜ ਵੀ ਅਸੀਂ ਬਿਜਲੀ ਉਹਨਾਂ ਹੀ ਪ੍ਰਾਈਵੇਟ ਪਲਾਂਟ ਤੋਂ ਖਰੀਦ ਰਹੇ ਹਾਂ। ਯਾਨੀ ਇਸ ਮੁੱਦੇ ਤੇ ਸਿਰਫ ਔਰ ਸਿਰਫ ਗੱਲਾਂ ਹੀ ਹੋਈਆਂ। ਵਾਈਟ ਪੇਪਰ ਇਸ਼ੂ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਅਸੈਂਬਲੀ ਦੇ ਵਿੱਚ ਕੀਤੀ ਸੀਗੀ। ਉਸ ਤੋਂ ਬਾਅਦ ਚੰਨੀ ਉਹਨਾਂ ਭਾਵੇਂ ਕਹਿੰਦੇ ਹੁਣ ਕਿ ਵੀ ਕਰਤੇ ਰੱਦ, ਪਰ ਅਸਲੀਅਤ ਤੇ ਹੈ ਵੇ ਕਿ ਅੱਜ ਵੀ ਉਹਨਾਂ ਪਾਵਰ ਪਲਾਂਟਾਂ ਤੋਂ ਹੀ ਅਸੀਂ ਬਿਜਲੀ ਖਰੀਦ ਰਹੇ ਹਾਂ ਔਰ ਮਹਿੰਗੇ ਰੇਟ ਤੇ ਹੀ ਖਰੀਦ ਰਹੇ ਹਾਂ। ਹੁਣ ਗੱਲ ਆਈ ਕਿ ਅੱਗੇ ਚੱਲ ਕੇ ਜਿਹੜੇ 36,000 ਮੁਲਾਜ਼ਮ ਪੱਕੇ ਕਰਨੇ ਸੀਗੇ, ਉਹ ਲਾਸਟ ਦਿਨ ਕੋਡ ਲੱਗਣ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਗਵਰਨਰ ਦੇ ਉੱਤੇ ਆਰੋਪ, ਗਵਰਨਰ ਨੇ ਕਿਹਾ ਮੈਂ ਤੇ ਫਾਈਲ ਵਾਪਸ ਭੇਜਤੀ, ਫਿਰ ਚੰਨੀ ਉਹਨਾਂ ਨੇ ਕਿਹਾ ਅਸੀਂ ਵਾਪਸ ਫਾਈਲ ਭੇਜਤੀ, ਮੈਂ ਧਰਨੇ ਲਾਉਂਗਾ। ਇਹਨਾਂ ਗੱਲਾਂ ਦੇ ਵਿੱਚ ਹੀ ਉਹ 36,000 ਮੁਲਾਜ਼ਮ ਉਹ ਉਦਾਂ ਦੇ ਉਦਾਂ ਸੁੱਕੇ ਦੇ ਸੁੱਕੇ ਹੀ ਰਹਿ ਗਏ। ਏਦਾਂ ਦੇ ਹੋਰ ਬਹੁਤ ਸਾਰੇ ਇਸ਼ੂਜ਼ ਥੇ ਜਿਹਦੇ ਉੱਤੇ ਗੱਲਾਂ ਹੋਈਆਂ ਪਰ ਕੰਮ ਨਹੀਂ ਹੋਇਆ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾਂਦਾ ਇਸ ਕਰਕੇ ਕਿ ਵੀ ਇਹ ਬਾਦਲਾਂ ਨਾਲ ਰਲੇ ਹੋਏ ਨੇ ਔਰ ਉਹਨਾਂ ਨੇ ਖਾਸ ਕਰਕੇ ਬੇਅਦਬੀ ਦੇ ਮੁੱਦੇ ਤੇ ਔਰ ਡਰੱਗ ਦੇ ਮੁੱਦੇ ਤੇ ਕੋਈ ਕੰਮ ਨਹੀਂ ਕੀਤਾ। ਡਰੱਗ ਦੇ ਮੁੱਦੇ ਤੇ ਇੱਕ FIR ਮਜੀਠੀਆ ਉਹਨਾਂ ਦੇ ਖਿਲਾਫ ਜ਼ਰੂਰ ਹੋਈ, ਪਰ ਡਰੱਗ ਦਾ ਨੈਕਸਸ, ਪੁਲਿਸ ਪੋਲੀਟੀਸ਼ੀਅਨ ਨੈਕਸਸ, ਉਸ ਮੁੱਦੇ ਦੇ ਉੱਤੇ ਭਾਵੇਂ ਹਾਈ ਕੋਰਟ ਦੇ ਵਿੱਚ ਚਟੋਪਾਧਿਆ ਸਾਹਿਬ ਦੀ ਹੀ ਇੱਕ ਰਿਪੋਰਟ ਉਹ ਵੀ ਬੰਦ ਲਿਫਾਫੇ ਦੇ ਵਿੱਚ ਪਈ ਸੀ। ਉਸ ਬੰਦ ਲਿਫਾਫੇ ਨੂੰ ਖੋਲਣ ਤੱਕ ਦੀ ਗੱਲਾਂ ਤੱਕ ਨਹੀਂ ਹੋਈਆਂ ਕਿ ਉਹ ਪੁਲਿਸ ਵਾਲੇ ਜਿਨ੍ਹਾਂ ਦੇ ਖਿਲਾਫ ਐਲੀਗੇਸ਼ਨ ਲਾਏ ਸੀ। ਔਰ ਤੁਹਾਨੂੰ ਯਾਦ ਹੋਏਗਾ ਜਦ ਚਟੋਪਾਧਿਆ ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹਨਾਂ ਨੇ ਬਹੁਤ ਵੱਡੇ ਪੁਲਿਸ ਅਫਸਰਾਂ ਦੇ ਖਿਲਾਫ ਵੀ ਐਲੀਗੇਸ਼ਨ ਲਾਏ ਸੀਗੇ ਕਿ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਪਰ ਕੁਝ ਨਹੀਂ ਹੋਈ। ਬੇਅਦਬੀਆਂ ਦੇ ਮੁੱਦੇ ਤੇ ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ। 2015 ਤੋਂ ਲੈ ਕੇ ਅੱਜ ਤੱਕ ਬੇਅਦਬੀ ਦੇ ਮੁੱਦੇ ਤੇ ਸਿਰਫ ਔਰ ਸਿਰਫ ਰਾਜਨੀਤੀ ਹੋਈ। ਜਿਹੜਾ ਲੱਗਦਾ ਹੈ ਕਿ 2022 ਦੇ ਇਲੈਕਸ਼ਨ ਦੇ ਵਿੱਚ ਵੀ ਇਸ ਮੁੱਦੇ ਤੇ ਰਾਜਨੀਤੀ ਹੀ ਹੋਣੀ ਹੈ। ਹੁਣ ਪੰਜਾਬ ਦੇ ਇਸ਼ੂਜ਼ ਕਿੱਥੇ ਗਏ? ਇਹਨਾਂ ਸਾਰੀ ਗੱਲਾਂ ਦੇ ਵਿੱਚ ਇਸ਼ੂ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਕਿੱਥੇ ਗਏ? ਹੁਣ ਇਸ਼ੂ ਆ ਗਿਆ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਬ੍ਰੀਚ ਦਾ ਮੁੱਦਾ, ਉਹਦਾ ਵੀ ਪੋਲੀਟੀਸਾਈਜੇਸ਼ਨ ਹੋ ਗਿਆ। ਉਹ ਪੋਲੀਟੀਸਾਈਜੇਸ਼ਨ ਇਸ ਕਰਕੇ ਹੋਇਆ ਕਿ ਪ੍ਰਧਾਨ ਮੰਤਰੀ ਜਾਂਦੇ ਜਾਂਦੇ ਕਹਿ ਗਏ ਕਿ ਮੁੱਖ ਮੰਤਰੀ ਕੋ ਧੰਨਵਾਦ ਕਰ ਦੇਣਾ ਕਿ ਮੈਂ ਜਿੰਦਾ ਵਾਪਸ ਜਾ ਰਹਾ। ਰਾਜਨੀਤੀ ਸ਼ੁਰੂ ਹੁੰਦੀ ਹੈ। ਚੰਨੀ ਉਹਨਾਂ ਉਹਦੇ ਉੱਤੇ ਜਵਾਬ ਦਿੰਦੇ ਨੇ ਤੇ ਅੱਜ ਨੈਸ਼ਨਲ ਮੀਡੀਆ ਤੇ ਵੀ ਇੱਕ ਡਿਬੇਟ ਚੱਲਦੀ ਹੈ ਕਿ ਚੰਨੀ ਤੇ ਮੋਦੀ ਉਹਨਾਂ ਦੀ ਲੜਾਈ ਦੇ ਵਿੱਚ ਕੌਣ ਜਿੱਤਿਆ। ਯਾਨੀ ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਚੰਨੀ ਉਹਨਾਂ ਨੇ ਜਿਸ ਤਰੀਕੇ ਨਾਲ ਇਸ ਕੇਸ ਨੂੰ ਹੈਂਡਲ ਕੀਤਾ, ਭਾਵੇਂ ਹਜੇ ਕੋਰਟਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਫਾਈਨਲ ਫੈਸਲਾ ਆਣਾ ਬਾਕੀ ਹੈ, ਪਰ ਪੋਲੀਟੀਕਲੀ ਉਹ ਐਜ ਲੈ ਗਏ ਜਦ ਉਹ ਇਹ ਗੱਲ ਕਹਿੰਦੇ ਸੀਗੇ ਕਿ ਜਿਹੜੇ ਕਿਸਾਨਾਂ ਨੇ ਰਸਤਾ ਰੋਕਿਆ ਸੀਗਾ, ਮੈਂ ਉਹਨਾਂ ਤੇ ਗੋਲੀਆਂ ਨਹੀਂ ਚਲਾ ਸਕਦਾ, ਮੈਂ ਉਹਨਾਂ ਤੇ ਲਾਠੀਆਂ ਨਹੀਂ ਚਲਾ ਸਕਦਾ। ਪਰ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਬ੍ਰੀਚ ਦੇ ਮੁੱਦੇ ਦੇ ਉੱਤੇ ਉਹ ਕਿਸੇ ਨਾ ਕਿਸੇ ਜਗ੍ਹਾ ਸਿਰਫ ਇਹ ਗੱਲ ਕਹਿੰਦੇ ਨੇ ਕਿ ਵੀ ਰੈਲੀ ਦੇ ਵਿੱਚ 70,000 ਕੁਰਸੀਆਂ ਲਾਈ ਸੀ, 700 ਬੰਦੇ ਸੀਗੇ। ਮੈਨੂੰ ਲੱਗਦਾ ਹੈ ਕਿ ਪੋਲਿਟਿਕਸ ਤੋਂ ਨਿਕਲ ਕੇ ਜਿਹੜਾ ਸੁਪਰੀਮ ਕੋਰਟ ਇਸ ਮੁੱਦੇ ਤੇ ਹੀਅਰਿੰਗ ਕਰ ਰਿਹਾ ਹੈ, ਉਸ ਮੁੱਦੇ ਤੋਂ ਜ਼ਰੂਰ ਕੁਝ ਨਾ ਕੁਝ ਨਿਕਲੇਗਾ ਜਿਹਦੇ ਕਰਕੇ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਅੱਗੇ ਕਿਸੇ ਵੀ ਸੂਬੇ ਦੇ ਵਿੱਚ ਐਦਾਂ ਦੀ ਬ੍ਰੀਚ ਨਾ ਹੋਏ। ਭਾਵੇਂ ਉਹਦੇ ਵਾਸਤੇ SPG ਰਿਸਪੌਂਸਿਬਲ ਹੋਏ, ਕੇਂਦਰੀ ਏਜੰਸੀਜ਼ ਰਿਸਪੌਂਸਿਬਲ ਹੋਣ ਜਾਂ ਸਟੇਟ ਫੋਰਸ, ਕੋਈ ਨਾ ਕੋਈ ਸਿੱਟਾ ਤੇ ਕੱਢਣਾ ਹੀ ਪਏਗਾ। ਵਰਨਾ ਇਹ ਮੁੱਦਾ ਅਗਰ ਰਾਜਨੀਤੀ ਦੇ ਗਲਿਆਰਾਂ ਦੇ ਵਿੱਚ ਰੁਲ ਕੇ ਰਹਿ ਗਿਆ ਤੇ ਮੈਨੂੰ ਲੱਗਦਾ ਹੈ ਕਿ ਵੀ ਇਹ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਨਾਲ ਇੱਕ ਵੱਡਾ ਖਿਲਵਾੜ ਸਾਬਿਤ ਹੋ ਸਕਦਾ ਹੈ। ਭਾਸਕਰ ਸਾਹਿਬ, ਇਹਦੇ ਵਿੱਚ ਨਾ ਅੱਜ ਜਦੋਂ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ, ਮਾਣਯੋਗ ਸੁਪਰੀਮ ਕੋਰਟ ਨੇ ਇਹ ਕਿਹਾ ਕੇਂਦਰ ਨੂੰ, ਕੇਂਦਰ ਦੇ ਐਡਵੋਕੇਟ ਜਨਰਲ ਨੂੰ ਜਾਂ ਜਿਹੜੇ ਉਹਨਾਂ ਦੇ ਹੁੰਦੇ ਆ ਸੋਲਿਸਿਟਰ ਜਨਰਲ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਕਾਰਨ ਦੱਸੋ ਨੋਟਿਸ ਕਿਉਂ ਭੇਜੇ ਜਦੋਂ ਅਸੀਂ ਆਪਣੇ ਤੌਰ ਤੇ ਰੋਕ ਲਾਤੀ ਸੀ। ਇਹ ਦਿਲਚਸਪ ਆ ਕਿ ਸੁਪਰੀਮ ਕੋਰਟ ਇਹਦੇ ਚ ਸਖਤ ਆ। ਮੈਨੂੰ ਲੱਗਦਾ ਕਿ ਸਾਡੇ ਚੀਫ ਜਸਟਿਸ ਸਾਹਿਬ ਨਿਰਣਾ ਕਰਨਾ ਚਾਹੁੰਦੇ ਆ ਕਿ ਮੈਂ ਮਿਸਾਲੀ ਕੋਈ ਫੈਸਲਾ ਸੁਣਾਵਾਂ, ਤੇ ਇਹ ਹੈ ਵੀ ਚੰਗੀ ਗੱਲ ਆ। ਖੈਰ, ਇਹ ਤਾਂ ਭਾਰਤ ਦੇ ਸੰਵਿਧਾਨ ਨਾਲ ਇੱਕ ਤਰ੍ਹਾਂ ਨਾਲ ਹੈਗੀ, ਸੰਵਿਧਾਨਕ ਸ਼ਕਤੀਆਂ ਵੀ ਹੈਗੀਆਂ SPG ਨੂੰ ਜਾਂ ਬਾਕੀ। ਦੇਖਣ ਵਾਲੀ ਤਾਂ ਗੱਲ ਇਹ ਆ ਕਿ ਜਦੋਂ ਇੱਕ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਬਣਿਆ ਤੇ ਉਹਦੇ ਵੀ ਆਪਣੇ ਨਿਯਮ ਆ, ਉਹਨਾਂ ਨੂੰ ਉਹ ਸਖਤੀ ਨਾਲ ਲਾਗੂ ਕਿਉਂ ਨਹੀਂ ਕਰਾਉਂਦਾ ਜਦੋਂ ਕਿ ਹਫ਼ਤਾ ਪਹਿਲਾਂ ਇਹ ਸਾਰੀ ਕਵਾਇਦ ਸ਼ੁਰੂ ਹੋ ਜਾਂਦੀ ਹੈ। ਗੱਲ ਤਾਂ ਹੋ ਰਹੀ ਸੀਗੀ, ਤੁਸੀਂ ਗੱਲ ਕੀਤੀ ਸੀ ਪੰਜਾਬ ਦੇ ਜਿਹੜੇ ਥਰਮਲ ਪਲਾਂਟਾਂ ਦੇ ਐਗਰੀਮੈਂਟ ਉਹਨਾਂ ਦੀ,
ਮੈਂ ਇੱਕ ਅਮਨ ਸੂਦ ਜੀ ਦੀ ਜਿਹੜੀ ਟ੍ਰਿਬਿਊਨ ਦੀ ਰਿਪੋਰਟ ਮੇਰੇ ਹੱਥ 'ਚ ਹੈ, ਮੈਂ ਦੇਖ ਰਿਹਾ ਆਪਣੇ ਸੈੱਲਫੋਨ ਤੇ ਉਹਦੇ 'ਚ ਲਿਖਦੇ ਪਏ ਆ ਕਿ ਜਿਹੜੀ ਸਰਕਾਰ ਅਗਲੀ ਆਊਗੀ ਉਹਨੂੰ 12,600 ਕਰੋੜ ਰੁਪਇਆ ਤੁਰੰਤ ਬੋਰਡ ਨੂੰ ਦੇਣਾ ਪੈਣਾ ਸਬਸਿਡੀ ਦੇ ਰੂਪ 'ਚ, ਕਿਉਂਕਿ ਆਪਾਂ ਪੈਸੇ ਸਾਰੇ ਜਿਹੜੇ ਆ 3 ਰੁਪਏ ਯੂਨਿਟ ਜਾਂ ਬਾਕੀ ਚੀਜ਼ਾਂ ਕੀਤੀਆਂ ਨੇ, ਆਖਰ ਬੋਝ ਤਾਂ ਉੱਥੇ ਹੀ ਪੈ ਰਿਹਾ। ਮਹਿੰਗੀ ਬਿਜਲੀ ਖਰੀਦ ਕੇ ਸਸਤੀ ਦੇ ਰਹੇ ਆ ਤੇ ਪੈਸੇ ਤਾਂ ਭਰਨੇ ਪੈਣੇ ਆ। ਚਲੋ ਸਾਡੇ ਕਿਸੇ ਹੋਰ ਪਾਸਿਓਂ ਕੱਢ ਲੈਣਗੇ, ਕਿਉਂਕਿ ਚੰਨੀ ਸਾਹਿਬ ਜਾਂ ਕੈਪਟਨ ਸਾਹਿਬ ਜਾਂ ਸੁਖਬੀਰ ਬਾਦਲ ਜਾਂ ਕਿਧਰੇ ਅਗਲੇ ਕੋਈ ਹੋਰ ਆਉਣ ਵਾਲੇ ਜਿਹੜੇ ਵੀ ਕੋਈ ਹੁਣ ABC, ਉਹਨਾਂ ਨੇ ਆਪਣੀ ਜੇਬ 'ਚ ਇੰਨੇ ਲੈ ਕੇ ਨਹੀਂ ਆਉਣੇ, ਸਗੋਂ ਉਹਨਾਂ ਤੇ ਆਪ ਕਹਿਣਾ ਵੀ ਸਾਡੀਆਂ ਸਹੂਲਤਾਂ ਤੇ ਵੀ ਕਰੋੜ 2-2 ਕਰੋੜ ਰੁਪਏ ਜਿਹੜਾ ਸਾਡੀਆਂ ਕੋਠੀਆਂ ਤੇ ਲਾ ਦਿਓ, ਕਾਰਾਂ 50-50 ਲੱਖ ਦੀਆਂ ਨਵੀਆਂ ਆ ਜਾਣ। ਉਹ ਸਾਰਾ ਕੁਝ ਚੱਲਦਾ ਹੀ ਰਹਿੰਦਾ। ਖੈਰ ਛੱਡਦੇ ਨੇ ਆਪਾਂ ਇਹਨਾਂ ਗੱਲਾਂ ਨੂੰ। ਇਹਦੇ 'ਚ ਇੱਕ ਦਿਲਚਸਪ ਚੀਜ਼ ਸੀਗੀ ਕਿ ਬੇਅਦਬੀ ਮਾਮਲਿਆਂ ਦੇ ਵਿੱਚ SLP ਜਿਹੜੀ ਸਪੈਸ਼ਲ ਲੀਵ ਪਟੀਸ਼ਨ ਕਹਿੰਦੇ ਸੀ ਕਿ ਦਾਖਲ ਕੀਤੀ ਸੁਪਰੀਮ ਕੋਰਟ 'ਚ, ਉਹਦਾ ਕੀ ਬਣਿਆ? ਕੋਈ ਦੱਸ ਕੇ ਤੇ ਜਾਂਦਾ ਹੋਇਆ ਗਿਆ ਨਹੀਂ। ਤੇ ਇਹਦੇ 'ਚ ਆਪਾਂ ਜੇ ਹੋਰ ਵੀ ਮੰਨ ਲਓ ਰਿੜਕ ਵੀ ਲਵਾਂਗੇ ਤੇ ਰਿੜਕਿਆ ਨਿਕਲਣਾ ਵੀ ਕੀ ਆ। ਉਂਝ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਗਟ ਸਿੰਘ ਵਾਲਾ ਮਿਲ ਗਿਆ ਚੋਣ ਨਿਸ਼ਾਨ, ਹਾਕੀ ਤੇ ਬਾਲ ਵਾਲਾ। ਸਵੇਰੇ ਸਵੇਰੇ ਪ੍ਰਗਟ ਸਿੰਘ ਹੋਣੀ ਸਾਡੇ ਮਿੱਤਰ ਨੇ, ਉਹ ਨੇਮ ਨਾਲ ਭਾਵੇਂ ਮੰਤਰੀ ਵੀ ਸੀਗੇ, ਗਰਾਊਂਡ 'ਚ ਚਲੇ ਜਾਂਦੇ, ਕਹਿੰਦੇ 7 ਵਜੇ ਦੇ ਆਸ-ਪਾਸ ਜਾ ਕੇ ਪੂਰਾ ਜ਼ੋਰ ਜਮਾਈ ਕਰਦੇ ਆ। ਜੀ ਤੇ ਸਾਡਾ ਵੀ ਬੜਾ ਕਰਦਾ ਹੁੰਦਾ ਵੀ ਅਸੀਂ ਵੀ ਕਰੀਏ, ਪਰ ਖਿਡਾਰੀ ਤੇ ਖਿਡਾਰੀ ਹੁੰਦਾ। ਹੁਣ ਕੈਪਟਨ ਸਾਹਿਬ ਨੇ ਸਾਰੀ ਉਮਰ ਮੇਰੇ ਵਾਂਗ ਜਿਹੜਾ ਵਾ ਉਹ ਜ਼ਿੰਦਗੀ ਨੂੰ ਉਵੇਂ ਚਲਾਇਆ ਵੀ ਨਾ ਖੇਡਦੇ ਕੁਛ, ਉਹ ਸ਼ਾਇਦ ਕਿਤਾਬਾਂ ਕਤੂਬਾਂ ਨਾਲ ਖੇਡਦੇ, ਪਤਾ ਨਹੀਂ ਕੀ ਕਰਦੇ ਆ, ਪਰ ਉਹਨਾਂ ਨੂੰ ਖੇਡਣ ਵਾਲਾ ਮਿਲ ਗਿਆ ਜੀ ਚੋਣ ਨਿਸ਼ਾਨ। ਤੇ ਉਹਨਾਂ ਨੇ ਕਾਫੀ ਆਪਣੇ ਨਵੇਂ ਅਹੁਦੇਦਾਰ ਵੀ ਲਾਏ ਆ, ਪਾਰਟੀ ਦੇ ਟਿਕਟਾਂ ਟੁਕਟਾਂ ਦੀ ਵੀ ਗੱਲ ਆ। ਸੁਣਿਆ ਜਿਹੜੀ ਇਹ ਇਹਨਾਂ ਵੱਖ-ਵੱਖ ਤਰ੍ਹਾਂ ਦਾ ਧਰੂਵੀਕਰਨ ਹੋ ਰਿਹਾ ਵੋਟਾਂ ਦਾ, ਜਾਂ ਵੋਟਾਂ ਵੰਡੀਆਂ ਜਾ ਰਹੀਆਂ ਵੱਖ-ਵੱਖ ਥਾਵਾਂ ਤੇ, ਕੈਪਟਨ ਸਾਹਿਬ ਤੇ BJP ਰਲ ਕੇ ਵਾਹਵਾ ਵੱਡਾ ਹੱਥ ਮਾਰ ਸਕਦੇ ਆ। ਰਿਪੋਰਟਾਂ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਨੇ, ਤੇ ਰਿਪੋਰਟਾਂ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਨੇ ਕਿ ਸੰਯੁਕਤ ਕਿਸਾਨ ਮੋਰਚਾ ਅਜੇ ਕਿਵੇਂ ਅੱਗੇ ਵਧੇਗਾ, ਇਹਦੇ ਤੇ ਵੀ ਅੰਦਰ ਕਾਫੀ ਭੁਚਾਲ ਵਰਗੀ ਸਥਿਤੀ ਹੈ। ਪਰ ਸੋਨੂ ਸੂਦ ਨੂੰ ਕਾਂਗਰਸ ਵਾਲਿਆਂ ਜੁਆਇਨ ਕਰਾ ਕੇ ਸਿੱਧੂ ਔਰ ਚੰਨੀ ਨੇ ਉੱਥੇ ਆਪਣਾ ਇੱਕ ਚੰਗਾ ਭਲਾ MLA ਉਹਦੇ ਨਾਲ ਵੀ ਪੰਗਾ ਖੜਾ ਕਰ ਲਿਆ। ਨਿੱਜੀ ਤੌਰ ਤੇ ਮੈਨੂੰ ਪਤਾ ਹੈ ਕਿ ਜਦੋਂ ਕੋਈ ਬਹੁਤ ਤਗੜੀ ਛਵੀ ਨਾ ਹੋਵੇ, MLA ਹਰਜੋਤ ਕਮਲ ਪਤਾ ਨਹੀਂ ਕਿੰਨੀਆਂ ਵੋਟਾਂ ਕੱਲਿਆਂ ਲੈ ਕੇ ਖੜਨ, ਲੇਕਿਨ ਜੇ ਉਹ ਕਿਸੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਜਾਂ ਕਿਸੇ ਹੋਰ ਵੱਲੋਂ ਅੱਗੇ ਵੱਧ ਜਾਂਦੇ ਆ ਤਾਂ ਕੁਦਰਤੀ ਤੌਰ ਤੇ ਇੱਕ ਸਪੋਰਟ ਸਿਸਟਮ ਤੇ ਬਣ ਜਾਂਦਾ। ਇਸ ਗੱਲ ਤੇ ਟਿੱਪਣੀ ਕਰ ਦਿਓ ਕਿ ਕਿੰਨੇ ਕੁ ਹੋਰ ਜਿਹੜੇ ਆ ਉਹ ਇਸ ਫਹਿਰਿਸਤ ਵਿੱਚ ਸ਼ਾਮਲ ਹੁੰਦੇ ਵੇਖਾਂਗੇ ਜਿਹਦੇ ਚ ਹਰਜੋਤ ਕਮਲ ਹੋ ਗਏ। ਏਦਾਂ ਦੇ ਜਿਹੜੀਆਂ ਅਖਬਾਰਾਂ ਕਹਿੰਦੀਆਂ 19 ਹੋਰ ਨੇ। ਇਹ ਤੇ ਹਜੇ ਪਹਿਲਾ ਇੱਕ MLA ਹੈਗਾ ਜਿਹਨੂੰ ਇਸ ਗੱਲ ਨੂੰ 100% ਤਰੀਕੇ ਨਾਲ ਇਨਸ਼ੋਰ ਕਰ ਦਿੱਤਾ ਗਿਆ ਕਿ ਭਰਾਵਾ ਤੈਨੂੰ ਟਿਕਟ ਨਹੀਂ ਮਿਲਦੀ, ਅਸੀਂ ਸੋਨੂ ਸੂਦ ਦੀ ਭੈਣ ਨੂੰ ਲੈ ਕੇ ਆਏ ਹਾਂ। ਹਾਲਾਂਕਿ ਮਾਲਵਿਕਾ ਉਹਨਾਂ ਦਾ ਨਾਂ ਹੈਗਾ, ਪਰ ਅਸੀਂ ਜਾਂ ਮੀਡੀਆ ਦੇ ਵਿੱਚ ਉਹਨੂੰ ਹਮੇਸ਼ਾ ਇੱਕੋ ਗੱਲ ਕਹੀ ਜਾਂਦੀ ਹੈ ਕਿ ਸੋਨੂ ਸੂਦ ਦੀ ਭੈਣ। ਹੁਣ ਸੋਨੂ ਸੂਦ ਜਦ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਾ ਆਪ ਸ਼ਮੂਲੀਅਤ ਕਰਦੇ ਨੇ, ਔਰ ਉਹਦੇ ਵਿੱਚ ਸੋਨੂ ਸੂਦ ਨਹੀਂ ਹੁੰਦੇ। ਭਾਵੇਂ ਉਸ ਘਰ ਦੇ ਵਿੱਚ, ਜਿਸ ਘਰ ਦੇ ਬਾਹਰ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਉੱਥੇ ਸੋਨੂ ਸੂਦ ਸੀਗੇ, ਕਿਉਂਕਿ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਦੇ ਨਾਲ ਬੈਠੀ ਹੋਈ ਫੋਟੋਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਰਿਲੀਜ਼ ਹੋਈਆਂ। ਹੁਣ ਸੋਨੂ ਸੂਦ ਦਾ ਕਿੱਦਾਂ ਤੇ ਕਿੱਥੇ ਕਾਂਗਰਸ ਦੇ ਵਿੱਚ ਆਣਾ? ਕੀ ਉਹ ਸਟਾਰ ਕੈਂਪੇਨਰ ਹੋਣਗੇ? ਕੀ ਉਹ ਸਿਰਫ ਮਾਲਵਿਕਾ ਸੂਦ ਨੂੰ ਟਿਕਟ ਦਿਵਾਉਣ ਵਾਸਤੇ ਉਹ ਮੋਗੇ ਦੇ ਵਿੱਚ ਕਈ ਦਿਨਾਂ ਤੋਂ ਬੈਠੇ ਹੋਏ ਸੀਗੇ? ਔਰ ਹਰਜੋਤ ਕਮਲ ਦਾ ਕੀ ਬਣੂਗਾ? ਕਿੰਨਾ ਕੁ ਨੁਕਸਾਨ ਪਹੁੰਚਾਊਗਾ? ਕਿਉਂਕਿ ਐਦਾਂ ਦੀ ਸਿਚੁਏਸ਼ਨ ਤੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਕਹਿ ਚੁੱਕਿਆ, ਹੋਰ ਵੀ ਕਈ ਥਾਵਾਂ ਤੇ ਆਣੀ ਹੈ ਜਿੱਥੇ ਸਿਟਿੰਗ MLA ਉਹ ਬਗਾਵਤ ਕਰਨਗੇ, ਬਗਾਵਤ ਕਰਕੇ ਉਹ ਭਾਜਪਾ 'ਚ ਜਾਂਦੇ ਨੇ, ਜਾਂ ਫਿਰ ਪੰਜਾਬ ਲੋਕ ਕਾਂਗਰਸ ਦੇ ਨਾਲ ਹਾਕੀ ਖੇਡਦੇ ਨੇ। ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਅੱਜ ਦੀ ਡੇਟ ਵਿੱਚ ਭਾਵੇਂ ਪੰਜਾਬ ਦੇ ਵਿੱਚ ਇਲੈਕਸ਼ਨ ਅਨਾਉਂਸ ਹੋ ਗਏ, ਪਰ ਜਿੰਨੇ ਵੀ ਕੈਂਡੀਡੇਟ ਨੇ ਉਹ ਬੜੇ ਸੰਨ ਜਿਹੇ ਬੈਠੇ ਨੇ, ਔਰ ਉਹ ਆਪਣੇ ਆਪ ਵਿੱਚ ਇਹ ਨਹੀਂ ਸਮਝ ਪਾ ਰਹੇ ਕਿ ਵੀ ਆਪਾਂ ਕਰੀਏ ਕੀ। ਸੁੰਨ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਆ ਕੀ ਹੈ, ਡਿਜੀਟਲ ਮੀਡੀਆ ਦੇ ਉੱਤੇ ਹੀ ਕੈਂਪੇਨ ਚਲਾਉਣਾ ਹੈ, ਆਪਾਂ ਕਿਸੇ ਨੂੰ ਮਿਲ ਨਹੀਂ ਸਕਦੇ। ਜੇ 5 ਤੋਂ ਵੱਧ ਬੰਦਿਆਂ ਨੂੰ ਮਿਲੇ ਤੇ ਸਾਡੀ ਕਿਤੇ ਕੋਈ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਦੇ ਨਾ ਪਾ ਦੇ ਜਿਹਦੇ ਰਾਹੀਂ ਆਪਾਂ ਕੈਂਪੇਨ ਕਰਨਾ ਹੈ। ਤੇ ਇਹ ਜਿਹੜੀ ਇੱਕ ਸਿਚੁਏਸ਼ਨ ਹੈਗੀ ਹੈ ਪੰਜਾਬ ਦੇ ਵਿੱਚ, ਕਿ ਪੂਰੇ ਦੇਸ਼ ਦੇ ਵਿੱਚ ਪਹਿਲੀ ਵਾਰ ਵੇਖੀ ਜਾ ਰਹੀ ਹੈ ਕਿ ਰੈਲੀਆਂ ਦੇ ਉੱਤੇ 15 ਤਰੀਕ ਤੱਕ ਬੈਨ ਲੱਗ ਜਾਣਾ, ਔਰ 15 ਤਰੀਕ ਤੋਂ ਬਾਅਦ ਵੀ ਰੈਲੀਆਂ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਮਿਲੇਗੀ, ਇਹਦੀ ਐਕਸਪੈਕਟੇਸ਼ਨ ਬੜੀ ਘੱਟ ਹੈ, ਕਿਉਂਕਿ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹੈ ਜੀ। 15 ਬੈਨ ਲਾ ਕੇ ਜੇ ਇਲੈਕਸ਼ਨ ਕਮਿਸ਼ਨ ਰੈਲੀਆਂ ਦੀ ਇਜਾਜ਼ਤ ਦਿੰਦਾ ਹੈ ਤੇ ਉਸ ਇਜਾਜ਼ਤ ਦੇਣ ਦੇ ਫੈਸਲੇ ਦੇ ਉੱਤੇ ਵੀ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਲੱਗੇਗਾ ਕਿ ਕੇਸਿਸ ਵੱਧ ਰਹੇ ਨੇ ਤੇ ਹੁਣ ਤੁਸੀਂ ਕਿੱਦਾਂ ਇਜਾਜ਼ਤ ਦੇ ਰਹੇ ਹੋ। ਅਕਾਲੀ ਦਲ ਨੇ ਤੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਤਰੀਕੇ ਨਾਲ ਕੰਪਲੇਂਟ ਤੱਕ ਕਰਤੀ ਹੈ
ਕਿ ਵੀ ਹੂੰ ਸਾਡੇ ਵੱਸ ਦਾ ਨਹੀਂ ਹੈ। ਸਾਡੇ ਤੇ ਜੀ ਜਿਹੜੇ ਸਪੋਰਟਰ ਹੈਗੇ ਉਹ ਪਿੰਡਾਂ ਦੇ ਵਿੱਚ ਬੈਠੇ ਨੇ, ਔਰ ਅਸੀਂ ਜਦ ਤੱਕ ਆਪਣੇ ਵੋਟਰਾਂ ਨੂੰ ਆਪਣੇ ਸਪੋਰਟਰਾਂ ਨਾਲ ਡਾਇਰੈਕਟ ਕੰਟੈਕਟ ਨਹੀਂ ਕਰਾਂਗੇ, ਹੂੰ ਤਦ ਤੱਕ ਸਾਡੀ ਗੱਲ ਨਹੀਂ ਬਣ ਰਹੀ। ਤੇ ਇਸ ਕਰਕੇ ਇਲੈਕਸ਼ਨ ਪੰਜਾਬ ਦੇ ਵਿੱਚ ਪੋਸਟਪੋਨ ਕੀਤੇ ਜਾਣ। ਹਾਲਾਂਕਿ ਜੀ ਉਹਨਾਂ ਨੇ ਪੋਸਟਪੋਨ ਦੀ ਮੰਗ ਕਰਦੇ ਨੇ ਵੀ 14 ਦੀ ਜਗ੍ਹਾ 20 ਤੱਕ ਕੀਤਾ ਜਾਏ, ਪਰ ਇਹ ਨਹੀਂ ਸਮਝ ਆਇਆ ਕਿ ਉਹਨਾਂ ਨੇ 20 ਦੀ ਡੇਟ ਕਿਉਂ ਮੰਗੀ ਹੈ, ਕਿਉਂਕਿ 6 ਦਿਨਾਂ ਬਾਅਦ ਕੀ ਏਦਾਂ ਦਾ ਮਾਹੌਲ ਚੇਂਜ ਹੋ ਜਾਏਗਾ ਕਿ ਅਕਾਲੀ ਦਲ ਆਪਣੀ ਗੇਮ ਬਣਾ ਜਾਏਗਾ। ਪਰ ਚਲੋ, ਮੰਗ ਹੈਗੀ ਹੈ, ਇਲੈਕਸ਼ਨ ਕਮਿਸ਼ਨ ਨੂੰ ਕੀਤੀ ਹੈਗੀ ਹੈ। 15 ਤਰੀਕ ਤੱਕ ਰੈਲੀਆਂ ਦੇ ਉੱਤੇ ਬੈਨ ਹੈ। ਕੋਸ਼ਿਸ਼ ਇਹ ਹੋ ਰਹੀ ਹੈ ਕਿ ਵੀ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਕੈਂਪੇਨ ਕਿੱਦਾਂ ਚਲਾਏ, ਕਿਉਂਕਿ ਪੰਜਾਬ ਦੇ ਵਿੱਚ ਬਹੁਤੇ ਕੈਂਡੀਡੇਟ ਆਈਟੀ ਐਕਸਪਰਟ ਨਹੀਂ ਹੈਗੇ। ਕਿਉਂਕਿ ਜਦ ਆਈਟੀ ਐਕਸਪਰਟ ਦੀ ਗੱਲ ਆਉਂਦੀ ਸੀ ਜਾਂ ਆਈਟੀ ਦੀ ਟੀਮ ਦੀ ਗੱਲ ਆਉਂਦੀ ਸੀ, ਤੇ ਇੱਕ ਵਿਜੇਂਦਰ ਸਿੰਗਲਾ ਉਹਨਾਂ ਦਾ ਨਾਂ ਸਭ ਤੋਂ ਪਹਿਲੇ ਆਉਂਦਾ ਸੀਗਾ ਕਿ ਉਹਨਾਂ ਨੇ ਆਪਣਾ ਇੱਕ ਆਈਟੀ ਸੈੱਲ ਬੜੇ ਵੱਡੇ ਪੱਧਰ ਤੇ ਕ੍ਰੀਏਟ ਕੀਤਾ ਹੋਇਆ ਹੈ। ਔਰ ਦੂਜੇ ਪਾਸੇ ਭਾਜਪਾ ਦੀ ਤੇ ਆਮ ਆਦਮੀ ਪਾਰਟੀ ਦੀ ਗੱਲ ਆਉਂਦੀ ਹੈ, ਤੇ ਹੂੰ ਭਾਜਪਾ ਔਰ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਜਾਂ ਜੀ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨ ਕਰਨ ਦਾ ਐਕਸਪੀਰੀਅੰਸ ਉਹ ਘੱਟ ਤੋਂ ਘੱਟ ਕਾਂਗਰਸ ਜਾਂ ਅਕਾਲੀ ਦਲ ਜਾਂ ਹੋਰ ਪਾਰਟੀਆਂ, ਜਿਹੜੀ ਪਾਰਟੀ ਸ਼ੁਰੂ ਹੋ ਰਹੀ ਹੈ, ਉਹਨਾਂ ਤੋਂ ਜ਼ਿਆਦਾ ਹੈਗਾ ਹੈ। ਪਰ ਇਹ ਇੱਕ ਬੜੀ ਅਜੀਬ ਜਿਹੀ ਸਥਿਤੀ ਸਾਰੀ ਪੋਲੀਟੀਕਲ ਪਾਰਟੀਆਂ ਵਾਸਤੇ ਹੋ ਗਈ ਹੈ ਵੀ ਸ਼ੁਰੂ ਕਿੱਥੋਂ ਕਰੀਏ। ਖਤਮ ਤੇ ਪਤਾ ਨਹੀਂ ਕਿੱਥੇ ਜਾ ਕੇ ਹੋਏਗੀ, ਪਰ ਸ਼ੁਰੂ ਕਰਨਾ ਹੂੰ ਨਹੀਂ ਆ ਰਿਹਾ। ਔਰ ਇਹਦੇ ਵਿੱਚ ਵੱਖ-ਵੱਖ ਆਈਟੀ ਐਕਸਪਰਟਸ ਦੇ ਨਾਲ ਉਹ ਸਿਰ ਜੋੜ ਕੇ ਮੀਟਿੰਗ ਕਰ ਰਹੇ ਆ ਵੀ ਦੱਸੋ ਤੁਸੀਂ ਆਪਾਂ ਸ਼ੁਰੂ ਕਿੱਦਾਂ ਕਰੀਏ। ਦੇਖੋ, ਹੁਣ ਤੇ ਕਰਨਾ ਹੀ ਪਏਗਾ ਸ਼ੁਰੂ। ਅੱਛਾ, ਤੁਸੀਂ ਗੱਲ ਕਰਦੇ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਇੱਕ ਰਫੜ ਜਿਹਾ ਚੱਲਦਾ ਪਿਆ, ਉਹ ਕੀ ਆ? ਕਿਉਂਕਿ ਮੈਂ ਤਾਂ ਅੱਜ ਬਹੁਤਾ ਇਨ ਟੱਚ ਨਹੀਂ ਰਿਹਾ, ਮੱਥਾ ਦੇਖੋ, ਮਾਰਨਾ ਪੈਂਦਾ, 2017 ਮਾਰਿਆ ਨਹੀਂ ਹੈ ਦੋ ਜੀ। ਰੰਧਾਵਾ ਜੀ, 2017 ਤੋਂ ਪਹਿਲੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਐਦਾਂ ਦਾ ਹੀ ਰਫੜ ਪਿਆ ਸੀ। ਔਰ ਉਹਦੇ ਵਿੱਚ ਦੁਰਗੇਸ਼ ਪਾਠਕ ਔਰ ਜਿਹੜੇ ਸਿੰਘ ਹੈਗੇ ਨੇ, ਸੰਜੇ ਸਿੰਘ, ਜਿਹੜੇ ਅੱਜ ਉਹਨਾਂ ਦੇ ਰਾਜ ਸਭਾ ਦੇ ਐਮਪੀ ਹੈਗੇ ਨੇ, ਉਹਨਾਂ ਦੇ ਉੱਤੇ ਕਾਫੀ ਸਾਰੇ ਐਲੀਗੇਸ਼ਨ ਲੱਗੇ ਸੀਗੇ ਕਿ ਆਮ ਆਦਮੀ ਪਾਰਟੀ ਟਿਕਟਾਂ ਦੀ ਖਰੀਦ ਫਰੋਖ ਕਰ ਰਹੀ ਹੈ, ਨਹੀਂ ਵੇਚ ਰਹੀ ਹੈ ਟਿਕਟਾਂ। ਉੱਦਾਂ ਦੇ ਆਰੋਪ ਹੁਣ ਅੱਜ ਵੀ ਲੱਗ ਰਹੇ ਹਨ, ਕਿਉਂਕਿ ਜੇ ਇਹਨਾਂ ਆਰੋਪਾਂ ਦੀ ਬੁਨਿਆਦ ਨੂੰ ਦੇਖੋ ਤੇ ਕਿਸੇ ਨਾ ਕਿਸੇ ਜਗ੍ਹਾ ਤੁਸੀਂ ਵੀ ਕੁਝ ਤੇ ਕੁਝ ਸੱਚਾਈ ਉਹਨਾਂ ਆਰੋਪਾਂ ਦੇ ਵਿੱਚ ਨਜ਼ਰ ਵੀ ਆਉਂਦੀ ਹੈ। ਹੁਣ ਜਲੰਧਰ ਦੀ ਗੱਲ ਹੀ ਕਰੋ ਕਿ ਜਲੰਧਰ ਦੇ ਵਿੱਚ 3 ਸੀਟਾਂ ਇੱਦਾਂ ਦੀ ਦਿੱਤੀਆਂ, ਇੱਦਾਂ ਦੇ ਕੈਂਡੀਡੇਟਸ ਨੂੰ ਦਿੱਤੀਆਂ ਜਿਨ੍ਹਾਂ ਨੂੰ 1 ਦਿਨ ਪਹਿਲੇ ਹੀ ਜਾਂ 2 ਦਿਨ ਪਹਿਲੇ ਹੀ ਜੁਆਇਨ ਕਰਾਇਆ ਸੀਗਾ ਤੇ ਅਗਲੇ ਦਿਨ ਉਹਨਾਂ ਨੂੰ ਟਿਕਟ ਦੇ ਦਿੱਤੀ। ਜਿਹੜੇ 6 ਸਾਲ 5 ਸਾਲ ਤੋਂ ਪਾਰਟੀ ਦੇ ਨਾਲ ਬਤੌਰ ਵਾਲੰਟੀਅਰ ਜੁੜੇ ਹੋਏ ਸੀਗੇ, ਉਹ 2017 ਦੇ ਇਲੈਕਸ਼ਨ ਵੀ ਲੜੇ ਸੀਗੇ। ਉਸ ਤੋਂ ਬਾਅਦ ਅਚਾਨਕ ਹੀ ਇੱਕ ਜਿਹੜੇ ਰਾਘਵ ਚੱਡਾ ਉਹਨਾਂ ਪ੍ਰੈਸ ਕਾਨਫਰੰਸ ਸਾਡੇ ਪ੍ਰੈਸ ਕਲੱਬ ਦੇ ਵਿੱਚ ਕਰਦੇ ਨੇ, ਉੱਥੇ ਬੜੀ ਭੀੜ ਇਕੱਠੀ ਹੁੰਦੀ ਹੈ। ਬਾਹਰ ਰਾਘਵ ਚੱਡਾ ਮੁਰਦਾਬਾਦ ਮੁਰਦਾਬਾਦ ਦੇ ਨਾਅਰੇ ਤੱਕ ਲੱਗਦੇ ਨੇ ਤੇ ਰਾਘਵ ਚੱਡਾ ਨੂੰ ਉੱਥੋਂ ਭੱਜਣਾ ਪੈਂਦਾ, ਲਿਟਰਲੀ ਭੱਜਣਾ ਪੈਂਦਾ। ਪਰ ਇਹ ਆਰੋਪ ਹੁਣ ਜਲੰਧਰ ਤੋਂ ਨਹੀਂ, ਅੱਜ ਹੋਰ ਪੰਜਾਬ ਦੇ ਕਈ ਖੇਤਰਾਂ ਤੋਂ ਲੱਗੇ, ਜਿਹਦੇ ਵਿੱਚ ਇੱਕ 13 ਇੱਦਾਂ ਦੇ ਕੈਂਡੀਡੇਟਸ ਦੀ ਲਿਸਟ ਦੱਸੀ ਗਈ ਜਿਨ੍ਹਾਂ ਨੂੰ 1 ਦਿਨ ਪਹਿਲੇ ਜੁਆਇਨ ਕਰਾਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਦਿੱਤੀ ਗਈ। ਜਿਹੜੇ ਵੋਲੰਟੀਅਰਸ ਇਹ ਗੱਲ ਪੁੱਛਦੇ ਨੇ ਕਿ ਆਮ ਜੀ ਆਦਮੀ ਸ਼ੁਰੂ ਤੋਂ ਇਹ ਗੱਲ ਕਹਿੰਦੀ ਹੈ ਕਿ ਸਰਵੇ ਦੇ ਬੇਸ ਦੇ ਉੱਤੇ ਅਸੀਂ ਟਿਕਟਾਂ ਦਿੰਦੇ ਹਾਂ, ਤੇ ਉਹਨਾਂ ਦਾ ਸਵਾਲ ਸਭ ਤੋਂ ਵੱਡਾ ਇਹੀ ਹੈ ਕਿ ਰਾਤੋਂ ਰਾਤ ਕਿਹੜਾ ਸਰਵੇ ਹੋਇਆ ਜਿਹਦੇ ਵਿੱਚ ਆ 13 ਕੈਂਡੀਡੇਟ ਨੂੰ 1 ਦਿਨ ਪਹਿਲੇ ਜੁਆਇਨ ਕਰਾ ਕੇ ਅਗਲੇ ਦਿਨ ਤੁਸੀਂ ਟਿਕਟ ਦੇ ਦਿੱਤੀ। ਸਵਾਲ ਤੇ ਬੜਾ ਵਾਜਿਬ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਇਹਦਾ ਜਵਾਬ ਕੋਈ ਨਹੀਂ ਦਿੱਤਾ, ਉਹ ਪਰੇਸ਼ਾਨ ਤੇ ਬਹੁਤ ਨੇ। ਪਰ ਆ ਜਿਹੜੇ ਖਰੀਦ ਜਾਂ ਟਿਕਟਾਂ ਦੇ ਵੇਚਣ ਦੇ ਆਰੋਪ ਨੇ, ਉਤੋਂ ਕੋਈ ਸਾਫ਼ ਬਚ ਕੇ ਨਿਕਲਣਾ ਉਹ ਆਮ ਆਦਮੀ ਪਾਰਟੀ ਵਾਸਤੇ ਮੁਸ਼ਕਿਲ ਹੋਏਗਾ। ਔਰ ਦੂਜੇ ਪਾਸੇ ਇੱਦਾਂ ਦੇ ਆਰੋਪ ਰਾਜੇਵਾਲ ਸਾਹਿਬ ਨੇ ਵੀ ਲਾਏ ਨੇ ਕਿ ਰਾਜੇਵਾਲ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਵੀ ਆਮ ਆਦਮੀ ਪਾਰਟੀ ਦੇ ਨਾਲ ਸਾਡਾ ਸਮਝੌਤਾ ਇਸ ਕਰਕੇ ਨਹੀਂ ਹੋ ਪਾਇਆ ਕਿ ਉਹ ਟਿਕਟਾਂ ਨੂੰ ਵੇਚ ਰਹੇ ਸੀ, ਜਿਹਨੂੰ ਅਸੀਂ ਕਦੀ ਬਰਦਾਸ਼ਤ ਨਹੀਂ ਕਰਦੇ। ਜੇ ਤੁਸੀਂ 2 4 5 ਕਰੋੜ ਦੇ ਵਿੱਚ ਕੋਈ ਟਿਕਟ ਵੇਚ ਰਹੇ ਹੋ ਤੇ ਉਹਨੇ ਤੇ ਅਗਰ ਐਮਐਲਏ ਬਣਨ ਤੋਂ ਬਾਅਦ ਸਭ ਤੋਂ ਪਹਿਲੇ ਤੇ ਆਪਣਾ ਘਾਟਾ ਪੂਰਾ ਕਰਨਾ ਹੈ। ਤੇ ਇੱਦਾਂ ਦੇ ਹਾਲਾਤ ਵਿੱਚ ਤੁਸੀਂ ਪੰਜਾਬ ਦੇ ਭਲੇ ਦੀ ਗੱਲ ਕਿੱਦਾਂ ਕਰ ਸਕਦੇ ਹੋ? ਇਹ ਗੱਲ ਜਦ ਰਾਜੇਵਾਲ ਉਹਨਾਂ ਕਹਿੰਦੇ ਨੇ ਤੇ ਉਸ ਗੱਲ ਦੇ ਵਿੱਚ ਇੱਕ ਲੱਗਦਾ ਹੈ ਕਿ ਬਈ ਇੱਦਾਂ ਦੀ ਗੱਲ ਹੈਗੀ ਹੈ, ਤੇ ਇਹ ਆਮ ਆਦਮੀ ਪਾਰਟੀ ਵਾਸਤੇ ਇੱਕ ਵੱਡੀ ਮੁਸ਼ਕਿਲ ਪੈਦਾ ਕਰ ਸਕਦੀ ਹੈ ਆਉਣ ਵਾਲੀ ਚੋਣਾਂ ਦੇ ਵਿੱਚ। ਕਿਉਂਕਿ ਭਾਵੇਂ ਉਹਨਾਂ ਦਾ ਅੰਡਰ ਕਰੰਟ ਕਹਿੰਦੇ ਆ ਮੀਡੀਆ ਵਾਲੇ ਕੀ ਬਣਿਆ ਹੋਇਆ ਹੈ, ਪਰ ਇਹ ਅੰਡਰ ਕਰੰਟ ਕਦੋਂ ਖਤਮ ਹੋ ਜਾਏਗਾ ਜਾਂ ਅੰਦਰੋਂ ਹੀ ਥੱਲੇ ਥੱਲੇ ਰਹਿ ਜਾਏਗਾ, ਉਹ ਇਹਨਾਂ ਆਰੋਪਾਂ ਦੇ ਵਿੱਚ ਬੜਾ ਮੁਸ਼ਕਿਲ ਹੋ ਜਾਏਗਾ ਉਹਨਾਂ ਨੂੰ ਆਪਣੀ ਛਵੀ ਨੂੰ ਸਾਫ਼ ਸਾਬਿਤ ਕਰਨ ਵਾਸਤੇ। ਭਾਸਕਰ ਸਾਹਿਬ, ਅਸੀਂ ਇਸ ਮੂਮੈਂਟ ਤੇ, ਇਸ ਮੌਕੇ ਤੇ ਕਿਸੇ ਤੇ ਵੀ ਦੋਸ਼ ਨਹੀਂ ਲਾ ਸਕਦੇ। ਹਾਲਾਂਕਿ ਤੁਸੀਂ ਲਾਇਆ ਵੀ ਨਹੀਂ, ਤੁਸੀਂ ਤਾਂ ਕਿਹਾ ਕਿ ਲੋਕ ਕਹਿ ਰਹੇ ਆ। ਅਸੀਂ ਆਮ ਆਦਮੀ ਪਾਰਟੀ ਨੂੰ ਕੋਈ ਦੋਸ਼ੀ ਨਹੀਂ ਮੰਨਦੇ, ਇਹ ਦੋਸ਼ ਪ੍ਰਤੀ ਦੋਸ਼ ਨੇ ਲੱਗਦੇ ਹੁੰਦੇ ਆ। ਲੇਕਿਨ ਕਹਿੰਦੇ ਨਾ ਵੀ ਜਿੱਥੇ ਧੂੰਆਂ ਹੋਵੇ ਉੱਥੇ ਅੱਗ ਵੀ ਹੁੰਦੀ ਆ, ਜਾਂ ਜਿੱਥੇ ਅੱਗ ਹੋਵੇ ਉੱਥੇ ਹੀ ਧੂੰਆਂ ਉੱਠਦਾ। ਇਹ ਗੱਲਾਂ ਤਾਂ ਪੁਰਾਣੀਆਂ ਨੇ।
ਰਾਜੇਵਾਲ ਸਾਹਿਬ ਉਹ ਕਹਿੰਦੇ ਮੈਂ ਕੁਝ ਇਹਨਾਂ ਨੂੰ ਸਬੂਤ ਵੀ ਪੇਸ਼ ਕੀਤੇ, ਕੁਝ ਰਿਕਾਰਡਿੰਗਸ ਵੀ ਦਿੱਤੀਆਂ ਸੀ ਕਿ ਇਹ ਸਭ ਹੋ ਰਿਹਾ, ਤੇ ਉਹਨਾਂ ਕਿਹਾ ਜੀ ਕੋਈ ਨਹੀਂ, ਕਰਦੇ ਆ ਕਾਰਵਾਈ। ਹੁਣ ਜਿਹੜੀਆਂ ਤੁਸੀਂ ਗੱਲਾਂ ਕਰ, ਹਾਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਇਹ ਵੀ ਗੱਲ ਠੀਕ ਹੈ ਆਪਣੀ ਜਗ੍ਹਾ ਕਿ ਕਿਸ ਸਰਵੇ ਦੇ ਆਧਾਰ ਤੇ ਹੈ, ਇਹ ਤਾਂ ਉਹਨਾਂ ਦੇ ਵਲੰਟੀਅਰ ਦੋਸ਼ ਲਾ ਰਹੇ ਆ, ਉਹਨਾਂ ਦੇ ਆਪਣੇ ਲੀਡਰ ਦੋਸ਼ ਲਾ ਰਹੇ ਆ, ਪਰ ਅਸੀਂ ਕਿਸੇ ਵੀ ਐਸੇ ਦੋਸ਼ ਨੂੰ ਪੁਖਤਾ ਨਹੀਂ ਕਰਦੇ, ਨਾ ਅਸੀਂ ਐਸੇ ਦੋਸ਼ ਨੂੰ ਅੰਡੋਸ ਕਰਦੇ ਆ, ਨਾ ਅਸੀਂ ਇਸ ਦੋਸ਼ ਨੂੰ ਕਿਧਰੇ ਵੀ ਤਸਦੀਕ ਕਰਦੇ ਆ, ਨਾ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ। ਲੇਕਿਨ ਆਮ ਆਦਮੀ ਪਾਰਟੀ ਨੂੰ ਆਪਣਾ ਚਿਹਰਾ ਸਾਫ਼ ਦਿਖਾਉਣ ਲਈ ਆਪਣੀ ਲੀਡਰਸ਼ਿਪ ਨੂੰ ਅੱਗੇ ਵਧਾਉਣਾ ਹੀ ਪਊਗਾ। ਇਸ ਤਰ੍ਹਾਂ ਦੀਆਂ ਗੱਲਾਂ, ਰਾਜੇਵਾਲ ਸਾਹਿਬ ਦੀ ਗੱਲ ਦਾ ਜਵਾਬ ਵੀ ਉਹਨਾਂ ਨੂੰ ਦੇਣਾ ਪਊਗਾ। ਆਉਂਦੇ ਦਿਨਾਂ ਦੇ ਵਿੱਚ ਇਹ ਬੜਾ ਦਿਲਚਸਪ ਹੋਊਗਾ, ਕਿਉਂਕਿ ਜਿਹੜੀ ਲੜਾਈ ਰਾਜੇਵਾਲ ਸਾਹਿਬ ਦੀ ਕੇਂਦਰ ਨਾਲ ਸੀ, ਤੇ ਇਹ ਮੈਂ ਇਨਵਰਟਡ ਕਾਮਰਸ ਦੇ ਵਿੱਚ ਕਹਿ ਰਿਹਾ, ਇਹ ਧਿਆਨ ਦੇਣ ਦੀ ਗੱਲ ਹੈ ਕਿ ਜਿਹੜੀ ਲੜਾਈ ਰਾਜੇਵਾਲ ਸਾਹਿਬ ਦੀ ਕੇਂਦਰ ਦੇ ਨਾਲ ਸੀ, ਉਹ ਮਸਲੇ ਕਾਫੀ ਅਜੇ ਕਾਇਮ ਹੋਣ ਦੇ ਬਾਵਜੂਦ ਜੇ ਰਾਜੇਵਾਲ ਸਾਹਿਬ ਹੁਣ ਕੇਂਦਰ ਤੇ ਸਖਤ ਹਮਲਾ ਨਹੀਂ ਬੋਲਦੇ ਤੇ ਉਹ ਆਮ ਆਦਮੀ ਪਾਰਟੀ ਤੇ ਬੋਲਦੇ ਨੇ, ਇਹਦੇ ਵੀ ਕਈ ਅਰਥ ਕੱਢੇ ਜਾਣਗੇ। ਇਹ ਆਉਂਦੇ ਦਿਨ ਬੜੇ ਵੇਖਣ ਵਾਲੇ ਹੋਣਗੇ ਕਿ ਕਿਹੜੀ ਵੋਟ ਦੇ ਉੱਤੇ ਕੌਣ ਹੱਕ ਰੱਖਦਾ ਹੈ, ਕਿਹੜੀ ਵੋਟ ਕਿੱਧਰ ਨੂੰ ਸ਼ਿਫਟ ਹੁੰਦੀ ਦਿਸਦੀ ਆ। ਇਹਦੇ ਬੜੇ ਦੂਰ ਰਸ ਅਰਥ ਹੋਣਗੇ, ਇਹਦੇ ਬਹੁਤ ਜਿਹਨੂੰ ਤੁਸੀਂ ਸਾਫ਼ ਲਫ਼ਜ਼ਾਂ 'ਚ ਮੈਂ ਕਹਾਂ ਵੇਖਣ ਵਾਲਾ ਹੋਊਗਾ ਕਿ ਇਕੁਏਸ਼ਨਸ ਕਿੱਥੋਂ ਕਿੱਥੋਂ ਚੱਲਦੀਆਂ ਤੇ ਕਿੱਥੇ ਕਿੱਥੇ ਪਹੁੰਚਦੀਆਂ ਨੇ, ਸਮੀਕਰਨ ਕਿਹਦੇ ਨਾਲ ਜੁੜਦੇ ਆ। ਖੋਲਾਂਗੇ ਕੁਝ ਪੱਤੇ, ਏਦਾਂ ਨਹੀਂ ਸੁੱਤਿਆ ਨਹੀਂ ਜਾਣ ਦਿੰਦੇ। ਦੇਖਾਂਗੇ ਕਿ ਬੀਜੇਪੀ ਕੀ ਕਰ ਰਹੀ ਆ, ਅਕਾਲੀਏ ਕੀ ਕਰ ਰਿਹਾ, ਕਾਂਗਰਸ ਕੀ ਕਰ ਰਹੀ ਆ, ਖਬਰ ਦੇ ਪਿੱਛੇ ਕਿਹੜੀ ਖਬਰ ਆ, ਤੇ ਖਬਰ ਬਣਦੀ ਕਿਵੇਂ ਆ, ਤੇ ਖਬਰ ਬਣਾਈ ਵੀ ਕਿਵੇਂ ਜਾਂਦੀ ਆ। ਕਿਉਂਕਿ ਇਹਨਾਂ ਦਿਨਾਂ 'ਚ ਖਬਰਾਂ ਤੇ ਵੀ ਨਜ਼ਰ ਰਹਿੰਦੀ ਆ ਚੋਣ ਕਮਿਸ਼ਨ ਦੀ, ਤੇ ਖਬਰਾਂ ਕਈ ਵਾਰੀ ਤੁਹਾਡਾ ਮਨ ਵੀ ਬਦਲ ਦਿੰਦੀਆਂ, ਤੇ ਉਹ ਖਬਰਾਂ ਨਹੀਂ ਹੁੰਦੀਆਂ, ਉਹ ਖਬਰਾਂ ਪਲਾਂਟਡ ਹੁੰਦੀਆਂ ਨੇ, ਤੇ ਪਲਾਂਟਡ ਖਬਰਾਂ ਤੇ ਨਜ਼ਰ ਰੱਖਣੀ ਤੁਹਾਡੀ ਜ਼ਿੰਮੇਵਾਰੀ ਆ। ਇਹ ਪੈਸੇ ਦਾ ਯੁੱਗ ਆ, ਇਹਦੇ ਵਿੱਚ ਹਰ ਚੀਜ਼ ਵਿਕਦੀ ਆ, ਵਗਦੀ ਆ, ਤੇ ਇਸ ਵਗਦੇ ਵਹਿਣ ਦੇ ਵਿੱਚ ਜੇ ਤੁਸੀਂ ਵੀ ਵਹਿਣਾ ਤੇ ਪੰਜਾਬ ਨੂੰ ਪਾਸੇ ਭੁੱਲ ਕੇ ਜਾਇਓ, ਫਿਰ ਪੁੱਤਾਂ ਧੀਆਂ ਨੂੰ ਇਹੀ ਕਿਹੋ ਵੀ ਚੰਗਾ ਉੱਥੇ ਹੀ ਰਿਹੋ, ਇਹ ਜ਼ਮੀਨ ਜਦੋਂ ਵੇਚੀ ਵੇਚ ਦਿਆਂਗੇ, ਫਿਰ ਅਸੀਂ ਵੀ ਆ ਜਾਾਂਗੇ ਤੁਹਾਡੇ ਕੋਲ। ਬਹੁਤ ਮਿਹਰਬਾਨੀ, ਧੰਨਵਾਦ ਜੀ।